आए प्रभ शरणागति कृपा निध दयाल। एक अखर हर मन बसत नानक होत निहाल। एक ओंकार सतगुरु तेह प्रसाद सच होए। वाहिगुरु जी की फतेह है बिघ्न विनाशन सोए। वाहिगुरु जी की फतेह है बिघ्न विनाशन सोए। सतनाम श्री वाहिगुरु साहिब जीओ। तेरा नाम सच्चा जियो शब्द सच्चा विचारो। तेरा महल सच्चा जियो नाम सच्चा वापारो। नाम का वापार मीठा भगत लाहा अणदिनो। किस बाज बखर कोई न सूझै नाम लैवो खिन खिनो। परख लेखा नदर साची कर्म पूरै पाया। नानक नाम महारस मीठा गुरपूरै सच पाया। परख लेखा नदर साची कर्म पूरै पाया। नानक नाम महारस मीठा गुरपूरै सच पाया। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो। रोजाना की तरह पातशाह जी की अपार किरपा बख्शिश का सदका अमृत वेले तो लै करके ही पातशाह जी के चरण कमलों विखे हाजरियां लवा रहे हो। आओ रोजाना की तरह लड़ीवार गुरशबद की विचार नाल जुड़ना करिए जी। उस तो पहला अपनियां अते दासां दियां गुरचरणा विखे लवाओ हाजरियां। गुरु का बख्शिया फतेह का नारा करो बुलंद गज के आखो जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। तेरा नाम सच्चा जियो शब्द सच्चा विचारो। तेरा महल सच्चा जियो नाम सच्चा वापारो। वाहिगुरु ये पवित्र वचन पहले पातशाह धन धन साहिब श्री गुरु नानक देव महाराज जी के उचारण किए हुए। दो शंत सन दूसरे शंत का यह चौथा पद है। पिछले तीन पदे आपां सरवण कीते जिन्हां दे विचों पहले पदे विच जीव नूं विछोड़े का मतलब दसिया कि परमेश्वर तो विछड़ के किस तरह जीवात्मा इउं भटक जाती है जिवें कोई जंगल विच भटक जाए तो रस्ता ना लभे। बहुत वड्डे वड्डे जंगल पे है जे उन्हां दे विच बंदा अणजान बंदा वड़ जाए कई बारी निकलण दा पता नहीं लगता रस्ता किहड़े पासे है। उस तरह ही संसार एक वड्डा जंगल है वन है। ਤਾਂ ਇਸ ਵਣ ਦੇ ਬਾਰੇ ਜੰਗਲ ਦੇ ਬਾਰੇ ਪਾਤਸ਼ਾਹ ਜੀ ਸਾਉਣ ਦੇ ਮਹੀਨੇ ਵਿੱਚ ਲਿਖਦੇ ਨੇ। सावन सरसी कामनी चरण कमल स्यों प्यार। कामनी स्त्री जीवात्मा जीव स्त्री
ਜਿਹੜੀ ਇਸ ਸੰਸਾਰ ਰੂਪੀ ਜੰਗਲ ਵਿੱਚ ਰਹਿੰਦੀ ਹੋਈ ਆਪਣੇ ਮਾਲਕ ਦੇ ਨਾਲ ਜੁੜੀ ਰਹਿੰਦੀ ਹੈ, ਉਹ ਸੁਖੀ ਵਸਦੀ ਹੈ, ਰਸ ਲੈਂਦੀ ਹੈ। ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਜਿਨ੍ਹਾਂ ਦਾ ਮਨ ਤੇ ਤਨ ਇੱਕ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਰਹਿੰਦਾ, ਉਹ ਹਮੇਸ਼ਾ ਰਸ ਮਾਣਦੀਆਂ। ਤੇ ਜਿਹੜੀਆਂ ਆਪਣੇ ਮਾਲਕ ਤੋਂ ਵਿਛੜ ਜਾਂਦੀਆਂ, ਉਹ ਸੰਸਾਰ ਰੂਪੀ ਜੰਗਲ ਵਿੱਚ ਭਟਕ ਜਾਂਦੀਆਂ। ਸੁਣ ਨਾਹਾ ਪ੍ਰਭੂ ਜੀਓ ਇਕੱਲੜੀ ਬਨ ਮਾਹੇ। ਜਦੋਂ ਜੀਵ ਇਸਤਰੀ ਨੂੰ ਪਤਾ ਲੱਗਦਾ ਹੈ ਕਿ ਮੈਂ ਮਾਲਕ ਤੋਂ ਵਿਛੜੀ ਹੋਈ ਹਾਂ, ਫਿਰ ਪਤਾ ਲੱਗਦਾ ਹੈ ਕਿ ਜਿਹੜੇ ਮੇਰੇ ਅੰਦਰ ਦੁੱਖ ਹਨ ਉਹਨਾਂ ਦਾ ਕਾਰਨ ਵਿਛੋੜਾ ਹੀ ਹੈ। ਜਿੰਨਾ ਚਿਰ ਦਵਾਈ ਦੇ ਬਿਮਾਰੀ ਦੇ ਕਾਰਨਾਂ ਦਾ ਪਤਾ ਨਾ ਲੱਗੇ, ਉਹਨਾਂ ਇਲਾਜ ਮੁਸ਼ਕਲ ਹੈ। ਇਸੇ ਕਰਕੇ ਵੈਦ ਪਹਿਲਾਂ ਦੇਖਦਾ ਵੀ ਇਸ ਦੀ ਬਿਮਾਰੀ ਦਾ ਕਾਰਨ ਕੀ ਹੈ, ਇਹ ਬਿਮਾਰੀ ਇਸ ਨੂੰ ਕਿਉਂ ਪੈਦਾ ਹੋਈ। ਤੇ ਜਦੋਂ ਹੀ ਉਹਦਾ ਕਾਰਨ ਲੱਭ ਗਿਆ, ਉਹਦੇ ਲੱਛਣ ਮਿਲ ਗਏ, ਤੇ ਤੁਰੰਤ ਹੀ ਦਵਾਈ ਦਾ ਇੰਤਜ਼ਾਮ ਹੋ ਕੇ ਉਹ ਦਵਾਈ ਬਿਮਾਰੀ ਦਾ ਖਾਤਮਾ ਹੋ ਜਾਂਦਾ। ਇਹ ਸਭ ਤੋਂ ਵੱਡੀ ਬਿਮਾਰੀ ਹੈ, ਬਿਮਾਰੀਆਂ ਦਾ ਮੂਲ ਹੈ ਮਾਲਕ ਤੋਂ ਵਿਛੜ ਜਾਣਾ। ਜਦੋਂ ਮਾਲਕ ਤੋਂ ਜੀਵ ਆਤਮਾ ਵਿਛੜ ਗਈ, ਫਿਰ ਸਾਰੀਆਂ ਬਿਮਾਰੀਆਂ ਹੀ ਆ ਗਈਆਂ। ਔਰ ਫਿਰ ਇਹਨਾਂ ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਹੈ, ਪਰਮੇਸ਼ਰ ਨਾਲ ਮਿਲ ਜਾਣਾ। ਜਦੋਂ ਹੀ ਮਾਲਕ ਨਾਲ ਮਿਲ ਗਈ ਤੇ ਸਾਰੇ ਵਿਛੋੜੇ ਖਤਮ ਹੋ ਗਏ, ਸਾਰੇ ਦੁੱਖ ਵੀ ਖਤਮ ਹੋ ਗਏ। ਸਾਇੰਟੀਫਿਕ ਗੱਲ ਹੈ ਇਹ। ਕੋਈ ਬੱਚਾ ਮਾਂ ਤੋਂ ਵਿਛੜ ਜਾਵੇ ਤੇ ਉਸ ਦੇ ਅੰਦਰ ਚਿੰਤਾ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਕੋਈ ਜੀਵ ਇਸਤਰੀ, ਸੰਸਾਰ ਰੂਪੀ ਇਸਤਰੀ ਮਾਂ ਪਤੀ ਤੋਂ ਵਿਛੜ ਜਾਵੇ ਤੇ ਉਸ ਨੂੰ ਵੀ ਚਿੰਤਾ ਪੈਦਾ ਹੋ ਜਾਂਦੀ ਹੈ ਜੇ ਮਾਲਕ ਨਾ ਜਲਦੀ ਮਿਲੇ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਜੀਵਨ ਹੈ ਉਹ ਵੀ ਵਿਛੋੜੇ ਕਾਰਨ ਹੀ ਦੁਖੀ ਹੈ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਜਿਹੜੀਆਂ ਜੀਵ ਇਸਤਰੀਆਂ ਮਾਲਕ ਤੋਂ ਵਿਛੜ ਜਾਂਦੀਆਂ, ਉਹ ਇਉਂ ਦੁਖੀ ਹੁੰਦੀਆਂ ਜਿਵੇਂ ਪ੍ਰਭੂ ਤੋਂ ਵਿਛੜ ਕੇ ਆਤਮਾਵਾਂ ਟੇਢੀਆਂ ਜੂਨਾਂ ਵਿੱਚ ਭਟਕ ਰਹੀਆਂ। ਸਾਰੀਆਂ ਰੂਹਾਂ ਸਾਰਿਆਂ ਵਿੱਚ ਇੱਕੋ ਜਿਹੀਆਂ ਹੀ ਆ, ਪਰ ਬਾਹਰਲੇ ਚੋਲੇ ਬਾਹਰੀ ਸਰੀਰ ਅਲੱਗ-ਅਲੱਗ ਤਰ੍ਹਾਂ ਦੇ ਆ। ਕੋਈ ਕੁੱਤਿਆਂ 'ਚ ਹੈ, ਕੋਈ ਬਿੱਲਿਆਂ 'ਚ ਹੈ, ਕੋਈ ਪਸ਼ੂ ਪੰਛੀਆਂ 'ਚ ਹੈ, ਕੋਈ ਘੋੜਿਆਂ 'ਚ ਹੈ, ਕੋਈ ਬਲਦਾਂ 'ਚ ਹੈ ਸਾਰਿਆਂ ਵਿੱਚ ਰੂਹ। ਜਿਵੇਂ ਆ ਸਾਰੇ ਇੰਸਟਰੂਮੈਂਟ ਹੈ ਬਿਜਲੀ ਦੇ, ਪਰ ਇਹਨਾਂ ਸਾਰਿਆਂ ਨੂੰ ਚਲਾਉਣ ਵਾਲਾ ਇੱਕੋ ਹੀ ਕਰੰਟ ਹੈ। ਚਾਹੇ ਪੱਖਾ ਹੈ ਤੇ ਚਾਹੇ ਹੀਟਰ ਹੈ, ਚਾਹੇ ਏਸੀ ਹੈ ਤੇ ਚਾਹੇ ਬਲਬ ਹੈ। ਉਸੇ ਤਰ੍ਹਾਂ ਭਾਵੇਂ 84 ਲੱਖ ਜੂਨ ਹੈ, ਪਰ ਇਹਨਾਂ ਵਿੱਚ ਜਿਹੜੀ ਚੇਤਨਾ ਹੈ ਉਹ ਇੱਕ ਪਰਮੇਸ਼ਰ ਦੀ ਹੋਈ ਹੈ। ਆਤਮਾਵਾਂ, ਇਹ ਆਤਮਾਵਾਂ ਮਾਲਕ ਤੋਂ ਵਿਛੜ ਕੇ ਹੀ ਦੁਖੀ ਹੈ। ਦੇਖੋ ਕਿਤਨੀਆਂ ਰੂਹਾਂ ਪਸ਼ੂਆਂ ਦੀ ਜੂਨ ਵਿੱਚ ਫਿਰਦੀਆਂ, ਭੁੱਖੀਆਂ ਮਰਦੀਆਂ। ਕਿਤਨੀਆਂ ਕੁੱਤਿਆਂ ਬਿੱਲਿਆਂ ਦੀਆਂ ਜੂਨਾਂ ਵਿੱਚ ਫਿਰਦੀਆਂ। ਕਿਤਨੀਆਂ ਹੀ ਰੂਹਾਂ ਬਲਦ ਬਣ ਕੇ ਭਾਰ ਢੋ ਰਹੀਆਂ, ਨਾਲੇ ਡੰਡੇ ਪੈਂਦੇ ਆ ਗਧਿਆਂ ਦੇ, ਬਲਦਾਂ ਦੇ, ਆਦਿ ਆਦਿ। ਤਾਂ ਇਹ ਉਹਨਾਂ ਦੇ ਕਿਸੇ ਕਰਮਾਂ ਦਾ ਫਲ ਹੀ ਹੈ ਕਿ ਉਹ ਟੇਢੀਆਂ ਜੂਨਾਂ ਵਿੱਚ ਗਏ ਨਾ। ਅੰਤ ਕਾਲ ਜੇ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਸੂਕਰ ਜੋਨ ਹੋਏ ਬਲ ਬਲ ਔਤਰੇ, ਸੂਰ ਦੀ ਜੂਨੀ ਵਿੱਚ ਇਹ ਜੀਵ ਕਿਉਂ ਗਿਆ। ਤਾਂ ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਨਾਂ ਗੁਰਬਾਣੀ ਵਿੱਚ ਪਈਆਂ ਹੈ। ਕ੍ਰਿਸ਼ਨ ਜੀ ਨੇ ਗਰਭ ਗੀਤਾ ਇੱਕ ਲਿਖੀ ਆ ਬਾਣੀ, ਕ੍ਰਿਸ਼ਨ ਜੀ ਦੇ ਬਚਨ ਹਨ, ਉਹਨਾਂ ਨੇ ਲਿਖਿਆ ਗਰਭ ਗੀਤਾ ਵੀ ਕਿਹੜੇ ਗਰਭ ਦੇ ਵਿੱਚ ਜੀਵ ਕਿਉਂ ਗਿਆ। ਤੁਸੀਂ ਕਿਸੇ ਦੇ ਘਰੇ ਜਾਓਗੇ, ਕੋਈ ਫੁਰਨਾ ਚੱਕ ਕੇ ਜਾਓਗੇ ਨਾ, ਕੋਈ ਚੀਜ਼ ਲੈਣੀ ਹੈ, ਕੋਈ ਚੀਜ਼ ਦੇਣੀ ਹੈ, ਕੋਈ ਮੇਲ ਮਿਲਾਪ ਕਰਨਾ, ਕੋਈ ਗੱਲਬਾਤ ਕਰਨੀ ਹੈ, ਤੁਸੀਂ ਫੁਰਨਾ ਚੱਕੋਗੇ। ਜਦੋਂ ਤੁਹਾਡੇ ਦਿਮਾਗ 'ਚ ਖਿਆਲ ਆਇਆ ਫਲਾਣੇ ਨੂੰ ਮਿਲ ਕੇ ਆਈਏ, ਤਾਂ ਫੁਰਨਾ ਤੁਹਾਨੂੰ ਉਹਦੇ ਘਰੇ ਲੈ ਗਿਆ। ਤੁਸੀਂ ਤੁਰ ਪਏ ਫੁਰਨਾ ਸੁਣ ਕੇ ਅੰਦਰੋਂ। ਇਸੇ ਤਰ੍ਹਾਂ ਜੂਨਾ ਵੀ ਜਾਣ ਦਾ ਜੀਵ ਦਾ ਕਾਰਨ ਫੁਰਨਾ ਹੀ ਆ। ਤੇ ਨਾਮ ਜਪਣ ਦਾ ਮਤਲਬ ਅਫੁਰ ਅਵਸਥਾ ਪੈਦਾ ਕਰਨੀ, ਫੁਰਨਾ ਪੈਦਾ ਹੀ ਨਾ ਹੋਵੇ। ਜਦ ਫੁਰਨਾ ਨਾ ਉੱਠੇ ਅੰਦਰੋਂ,
फिर बंदा उत्थे ही बैठा रहिंदा। जिन्ना चिर अंदरों कोई फुरना नहीं आउंदा उन्ना चिर आपां बैठे रहिंदे आ। जदों ही फुरना आउंदा है जां कोई आवाज़ मारदा बाहरों असीं उठ के तुर पैंदे आ। इस करके सारी खेड फुरने दी है। ते नाम जपना केवल परमेश्वर दा फुरना आवे, बाकी कटे जाण। अंत काल नारायण सिमरे, ऐसी चिंता में जे मरे। बढ़त लोचन ते नाल मुक्ता, पीतंबर वाकै हृदय वसे। जदों ही इस जीव ने मरदे होए उस परमेश्वर दा फुरना बना लिया, बनूगा तां जे असीं अभ्यास करांगे। गुरु घर आउणा साडा एक सकूल है, पाठशाला है। इत्थे यही अभ्यास कराया जाता है कि परमेश्वर नूं चेते करो। और जदों आखिरी समा आवे, है तो पता नहीं कदों आखिरी समा आऊगा, जरूर। मरना सच है, जिउणा झूठ है। जे कोई कहे मैं सदा रहांगा, ये मुश्किल है। जे कोई कहे कि मरना भाई, हाँ मरना जरूर है, पर यह नहीं पता कदों मरना है। ये परमेश्वर ने अपने हथ विच रखी है खेड। तो जदों मरण का समा आवे उदों असीं वाहिगुरू गुरमंत्र का जाप करते होइए, चाहे जपजी साहिब का पाठ करते होइए, जां मूल मंत्र करते होइए, भाव साडी सुरत शब्द नाल जुड़ी होवे, तुहाडा इन्ना अभ्यास हो जाए कि बिना जपे तो चलन लग जाए। जिवें कबीर साहब जी की पहली अवस्था कहते आ, कबीरा मेरी सिमरनी रसना ऊपर राम। मेरा जिहड़ा है सिमरन वो राम 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 जीव नाल करदा हाँ। जदों अभ्यास पक गया, आखिरी अवस्था विच कहंदे न, माला फेरू ना हर भजूं, मुख ते कहूं ना राम। हुण मैं मूँह नाल राम राम नहीं कहंदा, ना मैं हथ नाल माला घुमाउणा, ना मैं हरी हरी कहां। माला फेरू ना हर भजूं, मुख ते कहूं ना राम। ते हुण की हो गया महाराज? कहते हुण वो जपदा है, भाव अंदर जिहड़ी आत्मा बैठी है आपे ही जपदी है। मेरा राम मुझ को भजै, मेरा राम मेरे विच बैठा होया हुण मैनू ही याद करदा, भाव आपे ही याद कर रहा है। दूजा तो है ही नहीं गा, इको ही हो गया। हर का सेवक सो हर जिहा, मेरा राम मुझको भजै। हुण दूजा तो है ही नहीं, मेरा राम मुझको ही भजै, तो फिर राम राम नूं जपदा। सरगुण निर्गुण निरंकार, सुन समाधि आप, आपन किया नानका आपे ही फिर जाप। हर का सेवक सो हर जिहा, भेद न जानो मानस देहा। जिउंदे जिउंदे अवस्था आ गई कि ये जिउंदा ही मर गया। भाव जिहड़ा मेरे अंदर मैं सी ना, कि मैं कबीर, मैं फरीद, मैं फलाना, मैं ध्योका, कहते हुण तां जदों कोई कबीर कह के आवाज़ मारदा सुणदी नहीं, कहो सतनाम श्री। तू करते तू भया, मुझ में रहा ना हूँ। जदों मेरे विच हूँ कहना भी खत्म हो गया, भाव हंकार। तू करते तू भया, मुझ में रहा ना हूँ। जब आपा परका मिट गया, जब देखो तत तू। इत्थे भी असी दो आ फलाना ध्योका, एक मैं आ। आपा परका हो गया ना। एक भाई कन्हैया है, ਉਹਦਾ आपा परका ही मिट गया। पानी पिया रहा है, कोई भी है मूरे पता नहीं कौन है, गुरु साहब का रूप ही जानता है, कहो सतनाम श्री। उत्थे आपा परका मिट गया। जब आपा परका मिट गया, जब देखो तत तू। जे जिउंदे जिउंदे अवस्था बन जे, सारियां नाल प्यार करना जान लईए, किवें प्रेम करना है, तो असीं जिउंदे ही मालक विच मिल सकते हैं। मरण तो बाद की तो गल ही छड्डो, जिउंदे जी उहदे विच मिल सकते हैं। पर शर्त है कि जो गुरु साहब कहंदे उवें करना पैना, जो गुरबाणी कहंदी उवें करना पैना आपां नूं। इस करके जिउंदे जी मुक्त होना है, जीवन मुक्त इहनूं कहंदी है जिउंदे मुक्ति। तां जिंदा शहीद जिउंदा होया ही शहीद हो गया है। भाव मौत नूं तली ते रखिया होया, जदों मर्जी आ जाए, पर सच तो पासे नहीं जाना। को सतनाम, सच नाल जुड़े रहना। सच नाल जुड़े रहन दे दो अर्थ है, एक तो परमेश्वर नूं याद रखना, दूजा दुनियावी तौर ते झूठ नहीं बोलना, सच की गल करनी, सच दे नाल जुड़े रहना। दोनों ही अर्थ है।
ਜੇ ਸੰਸਾਰੀ ਤੌਰ ਤੇ ਸੱਚ ਬੋਲਣ ਦੀ ਆਦਤ ਪਾ ਲਾਂਗੇ ਤੇ ਇੱਕ ਦਿਨ ਉਹ ਵੱਡਾ ਸੱਚ ਵੀ ਮਿਲ ਜੂਗਾ ਜਿਹੜਾ ਸਾਰੀ ਦੁਨੀਆ ਤੋਂ ਪਰੇ ਹੈ। ਸੱਚੋਂ ਉਰੇ ਸਭ ਕੋ, ਸਾਰੀ ਦੁਨੀਆ ਸੱਚ ਤੋਂ ਥੱਲੇ ਹੈ, ਉੱਪਰ ਸੱਚ ਆਚਾਰ। ਸੱਚ ਤੋਂ ਪਰੇ ਕੌਣ ਹੈ? ਜਿਹਨੇ ਜੀਵਨ ਵਿੱਚ ਸੱਚ ਧਾਰ ਲਿਆ। ਆਚਾਰ ਹੁੰਦਾ ਚਾਲ ਚੱਲਣ, ਜੀਵਨ ਜਾਚ। ਜਿਨ੍ਹਾਂ ਨੇ ਜੀਵਨ ਵਿੱਚ ਸੱਚ ਆ ਗਿਆ, ਭਾਵੇਂ ਸਿਰ ਤੇ ਆਰਾ ਰੱਖਿਆ ਹੋਵੇ ਤਾਂ ਵੀ ਸੱਚ ਹੀ ਬੋਲਣਾ ਹੈ। ਕਹੋ ਸਤਿਨਾਮ ਸ੍ਰੀ। ਜਿਨ੍ਹਾਂ ਦੇ ਜੀਵਨ ਵਿੱਚ ਸੱਚ ਆ ਗਿਆ ਉਹ ਸੱਚ ਤੋਂ ਵੀ ਉੱਪਰ ਚਲੇ ਗਏ, ਮਤਲਬ ਸੱਚ ਦੇ ਵਿੱਚ ਸਮਾ ਗਏ। ਸੱਚੋਂ ਉਰੇ ਸਭ ਕੋ, ਉੱਪਰ ਸੱਚ ਆਚਾਰ। ਮੇਰੇ ਪ੍ਰੀਤਮ ਜੀ ਕਹਿੰਦੇ ਉਸ ਮਾਲਕ ਨਾਲ ਜੁੜੀਏ। ਪਤਾ ਲੱਗਿਆ ਪਹਿਲੇ ਪਰੇ ਵਿੱਚ ਕਹਿੰਦੇ ਸੀ ਵਿਛੋੜਾ ਪਿਆ ਵਾ ਤੈਨੂੰ, ਤੂੰ ਤਾਈਏ ਦੁਖੀ ਹੈ। ਦੂਸਰੇ ਪਦੇ ਵਿੱਚ ਕਹਿੰਦੇ ਮਹਾਰਾਜ ਮੈਂ ਕਿਉਂ ਵਿਛੋੜਾ ਪਿਆ। ਧਿਆਨ ਦਿਓ ਚਾਰਾਂ ਪਦਿਆਂ ਦੀ ਗੱਲ ਕਿਵੇਂ ਸ਼ੁਰੂ ਹੁੰਦੀ ਹੈ। ਡਾਕਟਰ ਕੋਲੇ ਕੋਈ ਜਾਂਦਾ ਜੀ ਬੜੀ ਕਮਜ਼ੋਰੀ ਹੈ, ਕਮਜ਼ੋਰੀ ਦਾ ਕਾਰਨ ਕੀ ਹੈ ਇਹ ਡਾਕਟਰ ਹੀ ਖੋਜੂਗਾ। ਹੁਣ ਕਹੋ ਸਤਿਨਾਮ। ਬੰਦੇ ਨੂੰ ਤਾਂ ਪਤਾ ਹੀ ਨਹੀਂ ਕਿਵੇਂ ਕਮਜ਼ੋਰੀ ਆ ਗਈ। ਲੱਛਣ ਦੱਸਦਾ ਹੱਡ ਪੈਰ ਦੁਖਦੇ ਆ, ਸਿਰ ਦੁਖਦਾ, ਤੁਰਨ ਨੂੰ ਜੀ ਨਹੀਂ ਕਰਦਾ, ਲੱਤਾਂ ਦੁਖਦੀਆਂ ਰਹਿੰਦੀਆਂ, ਤੇ ਡਾਕਟਰ ਕੋਈ ਟੌਨਿਕ ਦੀ ਸਲਾਹ ਦਿੰਦਾ ਵੀ ਤੂੰ ਆ ਖਾਇਆ ਕਰ ਕਮਜ਼ੋਰੀ ਨਿਕਲ ਜੂ। ਇਸੇ ਤਰ੍ਹਾਂ ਸਾਡੀ ਆਤਮਾ ਵਿੱਚ ਕਮਜ਼ੋਰੀ ਹੈ, ਆਤਮਾ ਸਾਡੀ ਦੁਖੀ ਹੈ, ਅਸੀਂ ਚਿੰਤਤ ਰਹਿੰਦੇ ਹਾਂ, ਦੁਖੀ ਰਹਿੰਦੇ ਹਾਂ। ਮਹਾਰਾਜ ਕਹਿੰਦੇ ਤੂੰ ਵਿਛੜੀ ਹੋਈ ਹੈ, ਇਸੇ ਕਰਕੇ ਦੁਖੀ ਹਾਂ। ਮਹਾਰਾਜ ਵਿਛੜੀ ਤੇ ਵਿਛੜੀ ਕਿਉਂ ਮਹਾਰਾਜ? ਮੈਂ ਪਾਤਸ਼ਾਹ ਦੂਜੇ ਪਦੇ ਵਿੱਚ ਕਹਿ ਰਹੇ ਸੀਗੇ ਕਿ ਤੂੰ ਮਾਲਕ ਤੋਂ ਹੰਕਾਰ ਕਰ ਗਈ ਹੈ, ਤੇਰੀਆਂ ਗਲਤੀਆਂ ਦੇ ਕਾਰਨ ਹੀ ਤੂੰ ਵਿਛੜੀ ਹੈ। ਮਾਇਆ ਮੋਹਣੀ ਨਿਘਰੀਆ ਜੀਓ, ਕੂੜ ਮੁੱਠੀ ਕੁੜਿਆਰੇ, ਝੂਠ ਬੋਲਦੀ ਹੈ, ਮਾਲਕ ਤੋਂ ਓਲਾ ਰੱਖਦੀ ਹੈ, ਮਾਲਕ ਤੋਂ ਇਹ ਸੋਚਦੀ ਹੈ ਕਿ ਸ਼ਾਇਦ ਮਾਲਕ ਨੂੰ ਪਤਾ ਨਹੀਂ ਲੱਗਦਾ, ਪਰ ਉਹ ਤਾਂ ਘਟ ਘਟ ਕੇ ਹਿਰਦੇ ਦੀਆਂ ਜਾਣਨ ਵਾਲਾ ਹੈ। ਤੂੰ ਇਹ ਸੋਚਦੀ ਹੈ ਸ਼ਾਇਦ ਜੇ ਮੈਂ ਆਹ ਕੰਮ ਕਰਨਾ ਉਹਨੂੰ ਕਿਹੜਾ ਪਤਾ ਲੱਗਣਾ। ਇਹ ਗੱਲ ਇਸਤਰੀ ਦੀ ਨਹੀਂ, ਆਪਣੀ ਸਾਰਿਆਂ ਦੀ। ਆਪਾਂ ਹੁਣ ਸਾਰੇ ਇਸਤਰੀਆਂ ਸਮਝ ਲਓ ਆਪਣੇ ਆਪ ਨੂੰ। ਕਹੋ ਸਤਿਨਾਮ। ਕਿਉਂਕਿ ਆਪਾਂ ਆਤਮਾਵਾਂ ਹਾਂ ਸਾਰੇ, ਇਹਨਾਂ ਵਿੱਚ ਵੀ ਆਤਮਾ, ਤੁਹਾਡੇ 'ਚ ਵੀ ਹੈ, ਪਸ਼ੂਆਂ ਪੰਛੀਆਂ ਵਿੱਚ ਵੀ ਹੈ। ਖੈਰ ਉਹ ਤਾਂ ਹੁਣ ਆਪਣੇ ਭੋਗ ਭੋਗ ਕੇ ਚਲੇ ਜਾਣਗੇ, ਮਰ ਜਾਣਗੇ, ਫਿਰ ਪਤਾ ਨਹੀਂ ਕਿੱਧਰ ਨੂੰ ਜਾਣਗੇ। ਆਪਣੀ ਆਖਰੀ ਸਟੇਜ ਹੈ ਮਾਲਕ ਨਾਲ ਮਿਲਣ ਦੀ। ਤੇ ਜੇ ਇਹ ਡੰਡਾ ਛੁੱਟ ਗਿਆ ਪੌੜੀ ਦਾ ਸਿਰੇ ਵਾਲਾ ਤੇ ਫਿਰ ਉੱਥੇ ਡਿੱਗਾਂਗੇ ਜਿੱਥੋਂ ਸ਼ੁਰੂ ਕੀਤੀ ਸੀ। ਕਹੋ ਸਤਿਨਾਮ। ਪੌੜੀ ਛੁੜਕੀ ਹਾਥ ਨਾ ਆਵੇ ਅਹਿਲਾ, ਜਨਮ ਗਵਾਇਆ। ਪ੍ਰੀਤਮ ਜੀ ਕਹਿੰਦੇ ਫਿਰ ਛੋਡਿਆੜੀ ਤੈਨੂੰ ਮਾਲਕ ਨੇ ਛੱਡ ਦਿੱਤਾ ਹੈ। ਕਿਉਂ? ਕਿਉਂਕਿ ਤੂੰ ਤੀਜੇ ਪਦੇ 'ਚ ਕਹਿ ਰਹੇ ਸੀਗੇ ਮਾਇਆ ਨੇ ਮੋਹ ਲਿਆ ਤੈਨੂੰ, ਝੂਠ ਬੋਲਦੀ ਹੈ। ਕਿਵੇਂ ਤੇਰੀਆਂ ਇਹ ਜਿਹੜੇ ਬੰਧਨ ਤੈਨੂੰ ਪੈ ਚੁੱਕੇ ਹਨ, ਕਿਉਂ ਖੁੱਲ੍ਹੇ ਗਲ ਜੇਵੜੀਆਂ। ਪਤੀ ਤੋਂ ਵਿਛੜੀ ਇਸਤਰੀ ਦੇ ਵਾਲ ਖੁੱਲ੍ਹ ਜਾਂਦੇ ਆ, ਉਲਝ ਜਾਂਦੇ ਆ, ਗਲ ਵਿੱਚ ਪੈਂਦੇ ਆ, ਸੰਭਾਲਦੀ ਨਹੀਂ। ਕਿਉਂਕਿ ਖਿਆਲ ਹੀ ਨਹੀਂ ਗਾ ਸਰੀਰ ਦਾ, ਹੁਣ ਨਾ ਕੇਸਾਂ ਦਾ, ਨਾ ਸਰੀਰ ਦਾ, ਨਾ ਕੱਪੜਿਆਂ ਦਾ, ਨਾ ਸ਼ਿੰਗਾਰ ਕਰਨ ਦਾ, ਨਾ ਸੋਹਣੀ ਬਣਨ ਦਾ। ਕਿਉਂਕਿ ਮਾਲਕ ਤਾਂ ਹੈ ਹੀ ਨਹੀਂ, ਕਿਹਦੇ ਵਾਸਤੇ ਸ਼ਿੰਗਾਰ ਕਰਨਾ। ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਹੀ ਆਪਾਂ ਵਿਛੜੇ ਹੋਏ ਹਾਂ। ਆਪਾਂ ਧਾਰਮਿਕ ਚਿੰਨ੍ਹ ਪਹਿਨੇ ਆ, ਸ਼ਿੰਗਾਰ ਕੀਤਾ ਹੈ, ਪਰ ਕੀ ਇਹ ਸ਼ਿੰਗਾਰ ਕਰਕੇ ਮਾਲਕ ਨੂੰ ਵੀ ਖੁਸ਼ ਕਰ ਲਿਆ? ਜੇ ਮਾਲਕ ਹੀ ਖੁਸ਼ ਨਹੀਂ ਹੋਇਆ ਫਿਰ ਸ਼ਿੰਗਾਰ ਕਰਨ ਦਾ ਕੀ ਫਾਇਦਾ? ਨਾਨਕ ਤਉ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਕੰਤ ਨੂੰ ਖੁਸ਼ ਕਰ ਲਾ, ਫਿਰ ਤੂੰ ਸ਼ਿੰਗਾਰ ਕਰੀ, ਤੇਰੇ ਕੰਤ ਨੂੰ ਭਾ ਜਾਵੇਂਗੀ ਤੂੰ। ਕਹੋ ਸਤਿਨਾਮ। ਬਾਣੀ ਦਾ ਬਚਨ ਹੀ ਹੈ ਵੀ ਨਾਨਕ ਤਉ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਪਹਿਲਾਂ ਮਾਲਕ ਨੂੰ ਮਨਾ ਲੈ, ਖੁਸ਼ ਕਰ ਲੈ। ਭਾਵ ਖੁਸ਼ ਕਿਵੇਂ ਹੋਊਗਾ? ਆਪਾਂ ਨੂੰ ਇਹਦੀ ਗੱਲ ਮੰਨਣੀ ਪਊਗੀ। ਜਿਵੇਂ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਜੀ, ਅਸੀਂ ਉਵੇਂ ਚੱਲਣਾ ਸ਼ੁਰੂ ਹੋ ਗਿਆ, ਗੁਰੂ ਸਾਹਿਬ ਖੁਸ਼ ਹੋ ਜਾਣਗੇ। ਫਿਰ ਦਇਆ ਚ ਆ ਕੇ ਕਦੇ ਨਾਮ ਦੀ ਦਾਤ, ਉਪਦੇਸ਼, ਅਮਰ ਦੀ ਦਾਤ ਵੀ ਦੇ ਦੇਣਗੇ। ਫਿਰ ਸ਼ਿੰਗਾਰ ਕਰਨ ਦਾ ਵੀ ਸਵਾਦ ਆਊਗਾ, ਫਿਰ ਸ਼ਸਤਰ ਪਹਿਨਣ ਦਾ, ਪੰਜ ਕਕਾਰੀ ਹੋਣ ਦਾ, ਕੇਸਾਂ ਨੂੰ ਸੰਭਾਲਣ ਦਾ।
ਧਾਰਮਿਕ ਚਿੰਨ੍ਹ ਪਹਿਨਣ ਦਾ ਵੀ ਤਾਂ ਸਵਾਦ ਆਊ ਜੇ ਸਾਡਾ ਮਾਲਕ ਸਾਡੇ ਨਾਲ ਖੁਸ਼ ਹੈ। ਜੇ ਮਾਲਕ ਹੀ ਗੁੱਸੇ ਹੈ ਫਿਰ ਸ਼ਿੰਗਾਰ ਕਾਹਦੇ ਵਾਸਤੇ ਕਰਨਾ? ਕਹੋ ਸਤਨਾਮ ਸੀ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਤੂੰ ਭਲੀਏ ਬੋਲਦੀ ਝੂਠ ਹੈ, ਮਾਲਕ ਨੂੰ ਖੁਸ਼ ਕਰਨਾ ਚਾਹੁੰਦੀ ਹੈ, ਐ ਨਹੀਂ ਗੱਲ ਬਣਨੀ। ਮਾਇਆ ਮੋਹਣੀ ਨਿਘਰੀਆ ਜੀਓ ਕੂੜ ਮੁੱਠੀ ਕੁੜਿਆਰੇ ਕਿਉਂ ਖੁੱਲੇ ਗਲ ਜੇਵੜੀਆਂ। ਇੱਥੇ ਜੇਵੜੀਆਂ ਦਾ ਅਰਥ ਸਾਡੇ ਵਾਸਤੇ ਸਾਰਿਆਂ ਵਾਸਤੇ ਹੈ ਬੰਧਨ, ਜਿਹੜੇ ਸਾਡੇ ਗਲ ਵਿੱਚ ਬੰਧਨ ਪਏ ਹੋਏ ਆ ਮੋਹ ਮਮਤਾ ਦੇ ਵਿਸ਼ੇ ਵਿਕਾਰਾਂ ਦੇ। ਇਹ ਕਿਵੇਂ ਟੁੱਟਣ? ਬਿਨ ਗੁਰ ਅਤ ਪਿਆਰੇ, ਜਿੰਨਾ ਚਿਰ ਗੁਰੂ ਨਾਲ ਮਿਲਦੇ ਨਹੀਂ, ਗੁਰੂ ਨੂੰ ਪਿਆਰ ਨਹੀਂ ਕਰਦੇ, ਗੁਰੂ ਨੂੰ ਗੱਲ ਨਹੀਂ ਪੁੱਛਦੇ। ਬਿਨ ਗੁਰ ਭਾਵ ਨਿਗੁਰਾ, ਜਿਹੜਾ ਨਿਗੁਰਾ ਹੈ ਉਸ ਦੀਆਂ ਕਿਵੇਂ ਬੰਧਨ ਟੁੱਟਣਗੇ? ਇਹ ਤਾਂ ਗੁਰੂ ਦੇ ਨਾਲ ਜੁੜ ਕੇ, ਗੁਰੂ ਨੂੰ ਪੁੱਛ ਕੇ, ਗੁਰਮਤਿ ਅਨੁਸਾਰ ਚੱਲ ਕੇ, ਗੁਰੂ ਦੀ ਗੱਲ ਮੰਨ ਕੇ ਹੀ ਬੰਧਨ ਟੁੱਟ ਸਕਦੇ ਆ। ਪ੍ਰੀਤਮ ਜੀ ਕਹਿੰਦੇ ਬਿਨ ਗੁਰ ਅਤ ਪਿਆਰੇ, ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ। ਫਿਰ ਮੈਂ ਕਿਵੇਂ ਖੁਸ਼ ਕਰਾਂ? ਉਹਦੇ ਨਾਲ ਪ੍ਰੀਤੀ ਕਰ। ਪ੍ਰੀਤੀ ਕਿਵੇਂ ਪਊਗੀ? ਸ਼ਬਦ ਵਿਚਾਰੇ, ਜੋ ਕਹਿੰਦਾ ਉਹਦੀ ਗੱਲ ਸੁਣ, ਉਹਨੂੰ ਮੰਨਣਾ ਕਰ। ਕਹੋ ਸਤਨਾਮ। ਸ਼ਬਦ ਵਿਚਾਰੇ ਤਿਸ ਹੀ ਕਾਹੋ ਸੋ ਹੋਵੇ, ਜਿਹੜੇ ਉਸ ਦੀ ਗੱਲ ਮੰਨਦੇ ਆ ਉਹ ਉਹਨਾਂ ਦਾ ਹੋ ਜਾਂਦਾ ਹੈ। ਉਹ ਉਹਨਾਂ ਨੂੰ ਪਿਆਰ ਕਰਦਾ ਜਿਹੜੇ ਉਹਨੂੰ ਪਿਆਰ ਕਰਦੇ ਆ। ਇਸ ਕਰਕੇ ਪਹਿਲਾਂ ਆਪ ਨਿਭਾਵੇਂ ਜੇਕਰ, ਸਭੇ ਆਪ ਨਿਭਾਵਣ ਫਿਰ। ਭਾਈ ਨੰਦ ਲਾਲ ਜੀ ਗੋਇਆ ਕਹਿੰਦੇ ਪਹਿਲਾਂ ਤੂੰ ਨਿਭਾਉਣ ਦੀ ਸਲਾਹ ਕਰ, ਫਿਰ ਗੁਰੂ ਵੀ ਨਿਭਾਵੇਗਾ। ਜੇ ਤੂੰ ਨਿਭਾਉਣ ਨੂੰ ਤਿਆਰ ਨਹੀਂ ਫਿਰ ਗੁਰੂ ਕੀ ਕਰੇ ਬਈ? ਜੇ ਗੁਰੂ ਨਾਲ ਅਸੀਂ ਨਿਭਾਉਣੀ ਚਾਹਾਂਗੇ ਤਾਂ ਗੁਰੂ ਨਿਭਾਵੇਗਾ, ਫਿਰ ਗੁਰੂ ਬਾਂਹ ਨਹੀਂ ਛੱਡਦਾ। ਇਸ ਕਰਕੇ ਗੁਰੂ ਦੀ ਗੱਲ ਮੰਨਣਾ ਹੈ। ਪੁੰਨ ਦਾਨ ਅਨੇਕ ਨਾਵਣ, ਕਿਉਂ ਮੰਤਰ ਮਲ ਧੋਵੇ, ਭਾਵੇਂ ਹੋਰ ਕੁਛ ਨਾ ਕਰੀ, ਬਸ ਮਾਲਕ ਦੀ ਗੱਲ ਮੰਨਦਾ ਰਹੇ। ਨਾ ਤੀਰਥਾਂ ਤੇ ਜਾਣ ਦੀ ਲੋੜ ਹੈ, ਨਾ ਪੁੰਨ ਦਾਨ ਦੀ ਲੋੜ ਹੈ। ਇਹ ਸਾਰਾ ਕੁਛ ਕਰ ਲੈ, ਜੇ ਮਾਲਕ ਦੀ ਗੱਲ ਨਹੀਂ ਮੰਨਦਾ ਫਿਰ ਸਾਰਾ ਕੁਝ ਨੇਫਲ ਵੀ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਪੁੰਨ ਦਾਨ ਅਨੇਕ ਨਾਵਣ, ਕਿਉਂ ਅੰਤਰ ਮਲ ਧੋਵੇ। ਅੰਦਰ ਕਿਹੜੀ ਮੈਲ ਹੈ? ਵਿਕਾਰਾਂ ਦੀ, ਅਗਿਆਨਤਾ ਦੀ। ਖਾਸ ਕਰਕੇ ਮੈਲ ਹੁੰਦੀ ਆ ਕਾਲੀ ਜੀ, ਤੇ ਰਾਤ ਵੀ ਕਾਲੀ ਹੁੰਦੀ ਆ। ਤੇ ਅਗਿਆਨਤਾ ਕੀ ਹੈ? ਇਹ ਵੀ ਕਾਲੀ ਰਾਤ ਹੈ। ਤਾਂ ਮੈਲ ਕਿਹੜੀ ਹੋਈ? ਅਗਿਆਨਤਾ। ਅਗਿਆਨਤਾ ਦੂਰ ਹੋਣੀ ਹੈ ਗੁਰੂ ਦੀ ਗੱਲ ਮੰਨ ਕੇ, ਉਹ ਮੰਨਦਾ ਹੀ ਨਹੀਂ। ਕਹੋ ਸਤਨਾਮ। ਫਿਰ ਹਨੇਰਾ ਕਿਵੇਂ ਚੱਕਿਆ ਜਾਵੇ ਬਈ? ਤੀਰਥਾਂ ਦੇ ਨਹਾ ਕੇ ਨਹੀਂ ਹਨੇਰਾ ਚੱਕਿਆ ਜਾਂਦਾ। ਹਾਂ, ਤੀਰਥਾਂ ਦੀ ਕਿਸੇ ਵੇਲੇ ਗੁਰੂ ਪਿਆਰੋ ਅਹਿਮੀਅਤ ਸੀਗੀ, ਲੋਕ ਸਮਝਦੇ ਸੀਗੇ। ਉਹਨਾਂ ਤੀਰਥਾਂ ਦੇ ਪਰਮੇਸ਼ਰ ਦੇ ਪਿਆਰੇ ਵੀ ਆਉਂਦੇ ਸੀ। ਇੱਕ ਮਾਨੋ ਇੱਕ ਡਾਇਰੈਕਸ਼ਨ ਜੀ ਸੀਗੀ, ਨਿਸ਼ਾਨਾ ਜਿਹਾ ਸੀਗਾ ਵੀ ਫਲਾਣੇ ਦਿਨ ਗੰਗਾ ਤੇ ਮਹਾਂਪੁਰਸ਼ ਮਿਲਣਗੇ, ਫਲਾਣੇ ਦਿਨ ਪ੍ਰਾਗ ਤੀਰਥ ਤੇ ਮਿਲਣਗੇ। ਪਰ ਹੁਣ ਤਾਂ ਉੱਥੇ ਵੀ ਚੋਰ ਠੱਗ ਪੈਦਾ ਹੋ ਗਏ। ਚੇਲਾ ਕਹਿੰਦਾ ਮੈਂ ਗੁਰੂ ਤੋਂ ਸਾਰਾ ਕੁਝ ਲੁੱਟ ਲਾਂ, ਗੁਰੂ ਕਹਿੰਦਾ ਮੈਂ ਚੇਲੇ ਤੋਂ ਸਭ ਕੁਝ ਲੁੱਟ ਲਾਂ। ਦੇਣ ਨੂੰ ਕੋਈ ਕਿਸੇ ਨੂੰ ਤਿਆਰ ਨਹੀਂ। ਕਹੋ ਸਤਨਾਮ ਸ੍ਰੀ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਹਾਤਿਆਂ, ਦੋਏ ਪਾਉ ਚੜੀ ਅਸ ਹੋਰ। ਤੇ ਕਿਸੇ ਵੇਲੇ ਲੋਕ ਜਦੋਂ ਪੁਰਾਣੇ ਸਮਿਆਂ ਵਿੱਚ ਖੇਤੀਬਾੜੀ ਕਰਦੇ ਸੀ, ਆ ਸੰਦ ਸੁੰਦ ਨਹੀਂ ਸੀ ਬਹੁਤੇ, ਟਰੈਕਟਰ ਵਗੈਰਾ, ਇੱਕ ਸਾਲ ਵਿੱਚ 2 ਹੀ ਫਸਲਾਂ ਕੱਢਦੇ ਸੀ। ਤੇ ਇੱਕ ਫਸਲ ਲਗਭਗ 4.5 ਮਹੀਨਿਆਂ 'ਚ ਤਿਆਰ ਹੋ ਜਾਂਦੀ ਆ। ਤੇ 1.5-2 ਮਹੀਨੇ ਧਰਤੀ ਉਦੋਂ ਖਾਲੀ ਛੱਡ ਦਿੰਦੇ ਤੇ ਆਪ ਫਿਰ ਜਾਂਦੇ ਮਹਾਂਪੁਰਸ਼ਾਂ ਦੀ ਸੰਗਤ ਕਰਨ, ਤੀਰਥਾਂ ਦੇ ਜਾਂਦੇ। ਤੇ ਇੱਕ ਕਵੀ ਨੇ ਗੀਤ ਵੀ ਲਿਖ ਦਿੱਤਾ, ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਮਾਰਦਾ ਦਮਾਮੇ ਜੱਟ ਮੇਲੇ ਕਿੱਥੇ ਵਿਸਾਖੀ ਤੇ। ਇਹ ਵਿਸਾਖੀ ਦੇ ਵਿੱਚ ਕਣਕ ਵੱਢੀ ਜਾਂਦੀ ਸੀ, ਲਗਭਗ ਸਾਂਭੀ ਜਾਂਦੀ ਸੀ। ਹੁਣ ਤਾਂ ਰੁੱਤਾਂ ਵੀ ਗਾਂਹਪਛਾਂ ਹੋ ਗਈਆਂ, ਕਿਉਂਕਿ ਇਹ ਸਾਡੀਆਂ ਹੀ ਗਲਤੀਆਂ। ਤਾਂ ਕਹਿਣ ਤੋਂ ਭਾਵ ਹੈ ਕਿ ਉਹ ਜ਼ਿਮੀਂਦਾਰ, ਖੇਤੀਬਾੜੀ ਕਰਨ ਵਾਲਾ 2 ਮਹੀਨੇ ਜ਼ਮੀਨ ਖਾਲੀ ਛੱਡ ਕੇ ਫਿਰ ਸਤਸੰਗ ਕਰਨ ਵੀ ਜਾਂਦਾ ਸੀਗਾ।
ਗੁਰੂਆਂ ਦੇ ਕੋਲ ਵੀ ਸਿੱਖ ਸਾਲ ਛਮਾਹੀ ਜਾਂਦੇ ਸੀ। ਤਾਂ ਗੁਰੂ ਪਿਆਰਿਓ, ਇਸ ਤਰ੍ਹਾਂ ਤੀਰਥਾਂ ਦੇ ਜਾਣ ਦਾ ਕੋਈ ਮਕਸਦ ਸੀ? ਉੱਠ ਫਰੀਦਾ ਸੁੱਤਿਆ, ਮੇਲਾ ਵੇਖਣ ਜਾ, ਮਿਲ ਜੇ ਕੋਈ ਬਖਸ਼ਿਆ ਤੂੰ ਵੀ ਬਖਸ਼ਿਆ ਜਾ। ਉੱਥੇ ਬਖਸ਼ਿਆਂ ਨੂੰ ਮਿਲਣ ਜਾਣਾ ਸੀਗਾ। ਉੱਥੇ ਕੋਈ ਸਤਸੰਗੀ, ਕੋਈ ਰੱਬ ਦਾ ਪਿਆਰਾ, ਕੋਈ ਬ੍ਰਹਮ ਗਿਆਨੀ, ਕੋਈ ਗੁਰਮੁਖ ਮਿਲ ਜੇ, ਜਿਹੜੇ ਕਿ ਲਗਭਗ ਗੁਪਤ ਹੀ ਰਹਿੰਦੇ ਸਨ। ਪਹਾੜਾਂ ਦੇ ਵਿੱਚ ਐਸੇ ਸਾਧੂ ਵੀ ਹਨ ਦੁਨੀਆ ਵਿੱਚ ਜਿਹੜੇ ਗੁਪਤ ਰਹਿੰਦੇ ਆ, ਪਰ ਕਦੇ ਕਦੇ ਕਿਸੇ ਭਾਗਾਂ ਦੇ ਨਾਲ ਮਿਲਦੇ ਆ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਅਸਕ ਬੈਰਾਗੀ। ਤਾਂ ਮਾਨੋ ਇਹ ਜਗ੍ਹਾਵਾਂ ਮਿੱਠੀਆਂ ਹੋਈਆਂ ਤੇ ਟਾਈਮ ਮਿੱਠੇ ਹੋਏ ਸੀਗੇ। ਕਲੈਤ ਦਾ ਮੇਲਾ, ਪ੍ਰਾਗ ਦਾ ਮੇਲਾ, ਗੰਗਾ ਦਾ ਮੇਲਾ, ਹਰਿਦੁਆਰ ਦਾ ਮੇਲਾ, ਇਹ ਦਿਨ ਮਿੱਠੇ ਹੋਏ ਸੀ। ਤੇ ਥਾਂ ਤੁਹਾਨੂੰ ਪਤਾ ਹੀ ਹੈ ਵੀ ਗੰਗਾ ਹਰਿਦੁਆਰ 'ਚ ਹੈ, ਪ੍ਰਾਗ ਜਿੱਥੇ 3 ਨਦੀਆਂ ਇਕੱਠੀਆਂ ਹੁੰਦੀਆਂ ਉੱਥੇ ਆ, ਕਲੈਤ ਉੱਥੇ ਆ। ਇਹ ਸਾਰਾ ਪਤਾ ਲੱਗ ਗਿਆ ਨਾ। ਇਹ ਡਾਇਰੈਕਸ਼ਨ ਸੀਗੀ ਵੀ ਫਲਾਣੇ ਦਿਨ ਫਲਾਣੇ ਥਾਂ ਆ ਜਿਓ, ਉੱਥੇ ਬਹਿ ਕੇ ਰੱਬ ਦੀ ਗੱਲ ਕਰਾਂਗੇ। ਪਰ ਹੁਣ ਰੱਬ ਦੀ ਗੱਲ ਨਹੀਂ ਹੁੰਦੀ, ਹੁਣ ਕੇਵਲ ਖਾਨਾ ਪੂਰਤੀ ਹੈ। ਚੁੱਭੀਆਂ ਲਾ ਕੇ ਕਹਿੰਦਾ ਮੈਂ ਸਾਫ਼ ਹੋ ਗਿਆ, ਬਾਬਾ ਕਹਿੰਦੇ ਨਹੀਂ ਹੋਇਆ। ਪੁੰਨਦਾਨ ਕਰਕੇ ਕਹਿੰਦਾ ਮੈਨੂੰ ਰੱਬ ਮਿਲ ਗਿਆ, ਕਹਿੰਦੇ ਐਂ ਨਹੀਂ ਮਿਲਦਾ ਜਿੰਨਾ ਚਿਰ ਗੁਰੂ ਦੀ ਗੱਲ ਨਹੀਂ ਮੰਨਦਾ। ਚੰਗੀ ਗੱਲ ਹੈ ਕਿਸੇ ਗਰੀਬ ਦਾ ਭਲਾ ਕਰਨਾ, ਚੰਗੀ ਗੱਲ ਹੈ, ਪਰ ਲਾਟਰੀ ਵਾਂਗੂ ਕਰਨਾ ਬਈ ਮੈਂ 100 ਰੁਪਏ ਦੀ ਲਾਟਰੀ ਪਾਵਾਂ ਮੈਨੂੰ ਕਰੋੜ ਨਿਕਲ ਜੇ, ਉਹ ਚੰਗੀ ਗੱਲ ਨਹੀਂ ਹੈ। ਕਰਮ ਕਰਤ ਹੋਵੇ ਨਿਹਕਾਮੀ, ਕਿਸ ਕੋ ਹੋਤ ਪ੍ਰਾਪਤ ਸੁਆਮੀ। ਗੁਰੂ ਸਾਹਿਬ ਨੇ ਲੰਗਰ ਚਲਾਇਆ ਹੈ, ਲੋੜਵੰਦਾਂ ਦੇ ਲਈ ਲੰਗਰ ਚਲਾਇਆ ਹੈ, ਭੁੱਖਿਆਂ ਪਿਆਸਿਆਂ ਲਈ ਲੰਗਰ ਚਲਾਇਆ ਹੈ, ਇਹ 'ਚ ਕੋਈ ਸ਼ੱਕ ਨਹੀਂਗਾ। ਪਰ ਇਹ ਸੋਚ ਕੇ ਨਹੀਂ ਕਿ ਜੇ ਮੈਂ ਲੰਗਰ ਕਰਾਂ ਤੇ ਮੈਨੂੰ ਇਦੋਂ ਦੁੱਗਣਾ ਤਿੱਗਣਾ ਕੁਝ ਹੋਰ ਮਿਲੇਗਾ। ਮਿਲਦਾ ਹੈ, ਪਰਮੇਸ਼ਰ ਘਾਟ ਨਹੀਂ ਛੱਡਦਾ, ਪਰ ਭਾਵਨਾ ਨਹੀਂ ਰੱਖਣੀ ਲੈਣ ਦੀ। ਕਹੋ ਸਤਨਾਮ ਸ੍ਰੀ। ਨੇਕੀ ਕਰ ਦਰਿਆ ਮੇ ਡਾਲ, ਭੁੱਲ ਜਾ ਕਰਕੇ ਚੰਗਾ ਕੰਮ। ਪਰ ਜੇ ਤੂੰ ਕਹੇ ਵੀ ਹਾਂ ਇਹ ਮੇਰੇ ਵੱਟੇ ਮੈਨੂੰ ਆ ਮਿਲੇ, ਫਿਰ ਤਾਂ ਇਹ ਵਪਾਰ ਹੋ ਗਿਆ, ਸੌਦਾ ਜਾ ਹੋ ਗਿਆ। ਕਹੋ ਸਤਨਾਮ ਸ੍ਰੀ। ਲੋਕ ਤਾਈਓ ਲਾਟਰੀ ਪਾਉਂਦੇ ਆ, ਨਹੀਂ ਲਾਟਰੀ ਵੱਲ ਨੂੰ 200 400 500 ਕੌਣ ਦਿੰਦਾ ਵੀ ਕਿਸੇ ਨੂੰ ਫ੍ਰੀ 'ਚ, ਲਾਲਚ ਵਿੱਚ ਹੀ ਦਿੰਦੇ ਆ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਪੁੰਨ ਦਾਨ ਅਨੇਕ ਨਾਵਣ, ਕਿਉਂ ਅੰਤਰ ਮਲ ਧੋਵੈ, ਨਾਮ ਬਿਨਾ ਗਤ ਕੋਈ ਨਾ ਪਾਵੈ। ਜਿਹਦੇ ਨਾਮ ਦੇ ਨਾਲ ਗਤੀ ਕਿਵੇਂ ਹੁੰਦੀ ਹੈ? ਜਦੋਂ ਅਸੀਂ ਵਾਹਿਗੁਰੂ ਮੰਤਰ ਦਾ ਲਗਾਤਾਰ ਜਾਪ ਕਰਦੇ ਆ ਨਾ, ਧਿਆਨ ਦਿਓ, ਇਹਦੇ ਨਾਲ ਗਤੀ ਕਿਵੇਂ ਹੁੰਦੀ ਆ। ਗਤੀ ਕੀ ਹੈ? ਜਿਵੇਂ ਕਿਸੇ ਖੜੀ ਹੋਈ ਗੱਡੀ ਨੂੰ ਧੱਕਾ ਲਾ ਕੇ ਤੋੜਨਾ, ਇਹਨੂੰ ਗਤੀ ਕਹਿੰਦੇ ਆ। ਸਾਡੀ ਸੁਰਤ ਖੜ ਗਈ ਹੈ, ਸ਼ਬਦ ਵੱਲ ਚੱਲਦੀ ਨਹੀਂ, ਸ਼ਬਦ ਵੱਲ ਜਾਂਦੀ ਨਹੀਂ, ਸ਼ਬਦ ਨਾਲ ਜੁੜਦੀ ਨਹੀਂ। ਵਾਹਿਗੁਰੂ ਵਾਹਿਗੁਰੂ ਦਾ ਧੱਕਾ ਲਾ ਰਹੇ ਆ, ਰਾਮ ਰਾਮ ਦਾ ਧੱਕਾ ਲਾ ਰਹੇ ਆ। ਕਹੋ ਸਤਨਾਮ ਸ੍ਰੀ। ਤੇ ਜਦੋਂ ਅਸੀਂ ਵਾਹਿਗੁਰੂ ਜਾਂ ਰਾਮ ਆਪੋ ਆਪਣੇ ਧਰਮ ਦੇ ਮੁਤਾਬਕ ਨਾਮ ਜਪਦੇ ਆ, ਵੈਸੇ ਤਾਂ ਵਾਹਿਗੁਰੂ ਸਾਰਿਆਂ ਦਾ ਹੀ ਆ, ਰਾਮ ਵੀ ਸਾਰਿਆਂ ਦਾ ਵੀ ਆ, ਅੱਲਾ ਵੀ ਸਾਰਿਆਂ ਦਾ ਹੈ। ਉਹ ਹਸਤੀ ਇੱਕੋ ਹੀ, ਲੋਕਾਂ ਨੇ ਆਪਣੇ ਹਿਸਾਬ ਨਾਲ ਉਹਦੇ ਨਾਮ ਰੱਖ ਲਏ। ਕਹੋ ਸਤਨਾਮ ਸ੍ਰੀ। ਜਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹੋ ਤਾਂ ਹੁੰਦਾ ਕੀ ਹੈ ਕਿ ਸੰਸਾਰ ਦੇ ਫੁਰਨੇ ਰੁਕਣੇ ਸ਼ੁਰੂ ਹੋ ਜਾਂਦੇ ਆ। ਫੁਰਨੇ ਹੀ ਰੋਕਣੇ ਆ। ਜਿੱਦਾਂ ਇਧਰੋਂ ਉਫਰ ਹੋ ਗਿਆ ਉਦੋਂ ਹੀ ਉਧਰ ਚੱਲ ਪਊਗਾ। ਕਹੋ ਸਤਨਾਮ ਸ੍ਰੀ। ਹਜੇ ਤਾਂ ਫਸੇ ਹੈ, ਜਵਾਕ ਦਾ ਵਿਆਹ ਕਰਨਾ ਹੈ, ਆਹ ਸਮਾਨ ਲੈ ਕੇ ਆਉਣਾ, ਬਸ ਇਹ ਫੁਰਨੇ ਹੀ ਸਾਨੂੰ ਚੱਕਰੀ 'ਚ ਪਾਈ ਹੋਇਆ ਹੈ। ਇਹਨੂੰ ਕਹਿੰਦੇ ਆ 84 ਲੱਖ ਜੂਨਾ। ਆ ਭਟਕਦੇ ਰਹਿੰਦੇ ਆ ਫੁਰਨਿਆਂ ਵਿੱਚ ਹੀ, ਕਦੇ ਉੱਥੇ ਬਾਗੇ, ਕਦੇ ਉਹ ਕਰ ਲਿਆ, ਕਦੇ ਉਹ ਕਰ ਲਿਆ, ਸਭ ਕੁਝ ਕਰ ਲਿਆ, ਆਪਦਾ ਕੰਮ ਨਹੀਂ ਕੀਤਾ। ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਰਾਮ ਨੂੰ ਜਪਣਾ ਸੀ, ਪਰਮੇਸ਼ਰ ਨੂੰ ਜਪਣਾ ਸੀ, ਉਹ ਜਪਿਆ ਨਹੀਂਗਾ, ਸਮਾਨ ਇਕੱਠਾ ਕਰਨ 'ਚ ਲੱਗਿਆ ਰਿਹਾ। ਇਹ ਫੁਰਨਿਆਂ ਨੂੰ ਖਤਮ ਕਰਨ ਦਾ ਢੰਗ ਹੀ ਗੁਰਮੰਤਰ ਦਾ ਜਾਪ ਹੈ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਵਾਹ ਗੁਰੂ 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 ਵਾਹ ਗੁਰੂ
ਵਾਹਿਗੁਰੂ 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 ਵਾਹਿਗੁਰੂ। ਇਹ ਵਾਹਿਗੁਰੂ ਦਾ ਜਾਪ ਕਰਨਾ ਮਤਲਬ ਕਿ ਅਫੁਰ ਹੋਣਾ ਹੀ ਆ। ਬਸ ਦੁਨੀਆ 'ਚੋਂ ਤਾਂ ਹੀ ਨਿਕਲਾਂਗੇ ਜਦੋਂ ਫੁਰਨੇ ਖਤਮ ਹੋ ਗਏ। ਜਿੰਨਾ ਚਿਰ ਫੁਰਨੇ ਚੱਲਦੇ ਆ ਉਹਨਾਂ ਚਿਰ ਫਸੇ ਹੋਏ ਆ। ਮਰਦੇ ਮਰਦੇ ਇੱਕ ਹੋਰ ਫੁਰਨਾ ਚੱਕ ਲਿਆ, ਅਗਲੀ 100 ਸਾਲ ਲਈ ਫਿਰ ਫਸ ਗਿਆ। ਕਹੋ ਸਤਨਾਮ ਸਿੰਘ। 100 ਜਾਂ 20 ਜਾਂ 50 ਜਿੰਨੀ ਕੁ ਉਮਰ ਹੈ 84 ਲੱਖ ਜੂਨ ਦੀ। ਕਿਸੇ ਦੀ 2 ਮਿੰਟਾਂ ਦੀ ਉਮਰ ਹੈ, ਕਿਸੇ ਦੀ 2 ਘੰਟਿਆਂ ਦੀ ਉਮਰ ਹੈ, ਕਿਸੇ ਦੀ 20 ਘੰਟਿਆਂ ਦੀ ਉਮਰ ਹੈ, ਕਿਸੇ ਦੀ 20 ਸਾਲਾਂ ਦੀ ਉਮਰ ਹੈ ਕੁੱਤੇ ਜਾਨਵਰਾਂ ਦੀ, ਕਿਸੇ ਦੀ 50 ਸਾਲ ਦੀ ਉਮਰ ਹੈ, ਬੰਦੇ ਦੀ 100 ਸਾਲ ਮਿੱਥੀ ਹੋਈ ਹੈ। ਭਾਵ ਮਰਦੇ ਮਰਦੇ ਇੱਕ ਬਾਡੀ 'ਚੋਂ ਨਿਕਲਿਆ ਦੂਜੀ 'ਚ ਫਸ ਗਿਆ, ਇੱਕ ਜੇਲ੍ਹ 'ਚੋਂ ਕੱਢਿਆ ਦੂਜੀ 'ਚ ਫਸਾਤਾ। ਕਹੋ ਸਤਨਾਮ ਸਿੰਘ। ਜੇ ਮਰਦਾ ਹੋਇਆ ਕਹਿਤਾ ਵਾਹਿਗੁਰੂ ਤੇ ਸਵਾਸ ਨਿਕਲ ਗਿਆ, ਫਿਰ ਗਿਆ ਉਹਦੇ ਵਿੱਚ। ਕਹੋ ਸਤਨਾਮ ਸਿੰਘ। ਇਸ ਕਰਕੇ ਨਾਮ ਕਿਵੇਂ ਮੁਕਤੀ ਕਰਦਾ ਹੈ? ਇਹ ਸਾਡੇ ਫੁਰਨਿਆਂ ਨੂੰ ਖਤਮ ਕਰਦਾ ਹੈ। ਨਾਮ ਬਿਨਾਂ ਗਤ ਕੋਈ ਨਾ ਪਾਵੇ। ਨਾਮ ਤੋਂ ਬਗੈਰ ਕਿਸੇ ਦੀ ਮੁਕਤੀ ਨਹੀਂ ਹੋਣੀ। ਹੱਠ ਨਿਗ੍ਰਹਿ ਓਏ ਬੇਘਰਿਆ, ਨਿਗ੍ਰਹਿ ਜੀ ਦਾ ਕੋਈ ਘਰ ਨਹੀਂ। ਹੱਠ ਨਿਗ੍ਰਹਿ ਬੇਬਾਣੇ। ਭਾਵ ਇਹ ਮਨੁੱਖ ਜਿਹੜਾ ਹੈ ਜਿੱਦ ਕਰਕੇ ਹੱਠ ਕਰਕੇ ਨਹੀਂ ਪਾ ਸਕਦਾ। ਹਾਂ, ਹੱਠ ਕਰਨਾ ਆਪਣੀਆਂ ਇੰਦਰੀਆਂ ਨੂੰ ਪੁੱਠੇ ਪਾਸਿਓਂ ਰੋਕਣਾ ਹੈ। ਪਹਿਲਾਂ ਠੇਕੇ ਤੇ ਜਾਂਦਾ ਸੀ, ਪਰ ਹੁਣ ਤੋਂ ਗੁਰੂ ਵਾਲਾ ਬਣ ਗਿਆ। ਹੁਣ ਉਧਰੋਂ ਪੈਰ ਰੋਕਣੇ ਆ। ਕਹੋ ਸਤਨਾਮ ਸ੍ਰੀ। ਹੁਣ ਨਹੀਂ ਜਾਣਾ। ਪਹਿਲਾਂ ਵਿਸ਼ੇ ਵਿਕਾਰਾਂ ਦੇ ਠੇਕੇ ਵੱਲ ਜਾਂਦਾ ਸੀਗਾ, ਕਾਸ਼ ਦੇ ਅੱਡੇ ਵੱਲ ਜਾਂਦਾ ਸੀ, ਪਰ ਹੁਣ ਗੁਰੂ ਕਹਿੰਦਾ ਵੀ ਉੱਥੇ ਆਪਾਂ ਨਹੀਂ ਜਾਣਾ ਤੇ ਨਹੀਂ ਜਾਣਾ। ਕਹੋ ਸਤਨਾਮ ਸ੍ਰੀ। ਜੇ ਫੇਰ ਵੀ ਜਾਂਦਾ ਉੱਥੇ ਬਹਿੰਦਾ, ਕਈ ਬੈਠੇ ਹੁੰਦੇ ਆ ਫਟਿਆਂ ਤੇ, ਉੱਤੋਂ ਦੀ ਕਿਰਪਾਨ ਚਮਕਦੀ ਹੁੰਦੀ ਹੈ, ਬੈਠੇ ਤਾਸ਼ ਦੇ ਫਟੇ ਤੇ ਆ, ਫਿਰ ਉਹ ਗੱਲ ਮੰਨ ਨਹੀਂ ਰਹੇ। ਹਾਂ, ਲੋਕ ਦਿਖਾਵਾ ਜ਼ਰੂਰ ਕਰਤਾ ਵੀ ਮੈਂ ਸਿੱਖ ਬਣ ਗਿਆ, ਪਰ ਹਜੇ ਸਿੱਖਿਆ ਗ੍ਰਹਿਣ ਨਹੀਂ ਕੀਤੀ। ਤਾਂ ਨਾਮ ਕੀ ਹੈ? ਇਹ ਤੈਨੂੰ ਕਹਿੰਦਾ ਹੈ ਕਿ ਤੂੰ ਗੱਲ ਮੰਨ, ਇਹਨਾਂ ਇੰਦਰੀਆਂ ਨੂੰ ਹੁਣ ਬਾਹਰ ਜਾਣ ਤੋਂ ਰੋਕ। ਬਾਬਾ ਫਰੀਦ ਜੀ ਕਹਿੰਦੇ ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ। ਆ ਟਾਕੀਆਂ, ਦੋਨੇ ਕੰਨ, ਦੋਨੇ ਅੱਖਾਂ, ਜੀਵ, ਸੁਰਤ, ਇਹ ਟਾਕੀਆਂ ਬੰਦ ਕਰ। ਇੱਥੋਂ ਦੀ ਮਨ ਮੱਚਦਾ ਭੱਜਦਾ ਹੈ। ਕਹੋ ਸਤਨਾਮ ਸ੍ਰੀ। ਟਾਕਮ ਕੁੰਜੜੀਆ, ਕੁੰਜੀ ਲਾ, ਚਾਬੀ ਲਾ। ਹੁਣ ਤਾਂ ਚਾਬੀ ਕੁੰਜੀ ਆਪਾਂ ਜਿੰਦੇ ਦੀ ਕੁੰਜੀ ਨੂੰ ਕਹਿੰਦੇ ਆ ਨਾ, ਪਰ ਇੱਥੇ ਕੁੰਜੀ ਆ ਜਿਵੇਂ ਅੰਦਰੋਂ ਆਪਾਂ ਚਿਟਕਣੀ ਲਾ ਦਿੰਦੇ ਆ। ਅੱਜ ਕੱਲ੍ਹ ਅੰਗਰੇਜ਼ੀ ਚਿਟਕਣੀ ਬਣ ਗਈ। ਪਹਿਲਾਂ ਸੰਗਲੀ ਪਾ ਕੇ ਵਿੱਚ ਇੱਕ ਲੋਹੇ ਦੀ ਕਿੱਲੀ ਜੀ ਪਾ ਦਿੰਦੇ ਸੀ, ਉਹ ਵੀ ਉਹਨੂੰ ਵੀ ਕੁੰਜੀ ਕਹਿੰਦੇ ਆ। ਤਾਂ ਕੁੰਜੀ ਦਾ ਮਤਲਬ ਹੈ ਸੁਰਤ ਨੂੰ ਬਾਹਰ ਜਾਣ ਤੋਂ ਰੋਕ। ਕੰਨਾਂ ਨਾਲ ਬਾਹਰੋਂ ਨਾ ਸੁਣ, ਅੱਖਾਂ ਨਾਲ ਬਾਹਰ ਨਾ ਦੇਖ, ਜੀਭ ਨਾਲ ਬਾਹਰਲੀਆਂ ਗੱਲਾਂ ਨਾ ਕਰ। ਵਾਹਿਗੁਰੂ ਜਪਦਾ ਹੋਇਆ ਆਪਣੇ ਹੀ ਸਵਾਸਾਂ ਦੇ ਵੇਖ, ਕਿਉਂਕਿ ਵਾਹਿਗੁਰੂ ਸਵਾਸ ਦਾ ਨਾਮ ਵੀ ਹੈ, ਪਵਨ ਗੁਰੂ ਵੀ ਇਹਦਾ ਨਾਮ ਹੈ। ਇਹਨੂੰ ਦੇਖਣ ਵਾਸਤੇ ਲੋਕ ਹੱਠ ਕਰਦੇ ਫਿਰਦੇ ਐ, ਪਰ ਇੱਥੇ ਨਿਗਾਹ ਖੜਦੀ ਨਹੀਂ ਕਿਸੇ ਦੀ। ਇਹੀ ਖੰਨਿਓ ਨਿੱਖੀ ਬਾਲੋਂ ਤਿੱਕੀ ਹੈ। ਸਵਾਸ ਤੇ ਖੜਨਾ ਖੰਡੇ ਦੀ ਧਾਰ ਤੇ ਚੱਲਣ ਦੇ ਮੁਤਾਬਕ ਹੈ। ਰੋਕ ਕੇ ਦੇਖੋ, 1 ਮਿੰਟ ਬਾਅਦ ਅੱਖਾਂ ਬਾਹਰ ਫਿਰ ਜਾ ਜਾਂਦੀਆਂ। 1 ਮਿੰਟ ਨਹੀਂ ਅੱਖ ਖੜਦੀ ਇੱਥੇ। ਬਾਬਾ ਕਬੀਰ ਕਹਿੰਦਾ 3 ਮਿੰਟ ਖੜਾ ਕੇ ਦੇਖ ਲਾ। ਏਕ ਘੜੀ ਆਦੀ ਘੜੀ ਆਦੀ ਹੂੰ ਫੁਨ ਆਦ 24 12 6। ਅੱਧੀ ਤੋਂ ਅੱਧੀ 6 ਮਿੰਟ ਇੱਥੇ ਖੜ ਕੇ ਵਿਖਾਓ ਤੇ ਘੜੀ ਵੇਖ ਕੇ ਤੁਸੀਂ ਖੜ ਕੇ ਵੇਖਿਓ ਭਲਾ 6 ਮਿੰਟ ਕੀ ਇਹਨੇ 1 ਮਿੰਟ ਨਹੀਂ ਖੜਨਾ ਇੱਥੇ। ਜਿੱਦੇ ਸਵਾਦ ਆਉਣ ਲੱਗ ਗਿਆ, ਆਦਤ ਪੈ ਗਈ,
फिर इनू इत्थों चकना नहीं। तुसीं बहुत सारे महापुरुषों दीयां अखां देखियो थल्ले ही हुंदियां, जिहड़े जुड़े हुए हैं उन्हां दी गल करदा। जिहड़े माया नाल जुड़े आ वो थल्ले नहीं वेखदे, वो तां सामणे वेखदे आ संसार वाल। तुम तो जाचे भूप राजे हरस्यो मोर ध्याना। हरि भी हवा का नाम है, पवन गुरु का नाम है। किन्ना स्पष्ट बाबे नानक ने लिखता, फिर भी असीं भुलेखे च पए होए हां। मन लिया भी हवा गुरु है, फिर किहड़ी हवा गुरु है? आ जिहड़ी मेरे मूँह चों शब्द बन के निकल रही आ, इहनूं कहंदे आ पवन गुरु को सतनाम सी। जिहड़ी अपना सिस्टम चला रही है शरीर का, ये साडी गुरु है। बाहरली भी चंगी होनी चाहिए आ, पर जिहड़ी साडे अंदर सवास चलिया गया वो अपना गुरु है। वो अपनी बाडी नूं चला रहा है, चला ही नहीं रहा, वो तुहानूं दिखा भी रहा है। ये सवास अंदर जाके 17 हिस्सियां विच वंडिया जांदा है, 17 घरां विच जांदा है। बाणी विच 17 घर है गाउण दे। सवास दे 17 हिस्से हुंदे है। एक हिस्सा इसदा बनदा शुद्ध, जिहड़ा अखां चों जोत बन के निकलदा है। को सतनाम श्री। दीवा जगाउने आ, बत्ती चों धुआं भी निकलदा है, घ्यो दी जां तेल दी खुशबू भी निकलदी आ, और लाइट भी निकलदी आ। ते सानू की चाहिदा उह चों? लाइट। कि साडा एक सवास 17 हिस्सियां विच वंड के की करदा है? कुछ खून नूं धक्कदा है, वो भी जरूरी आ, जिहनूं नब्ज चलदी कहने आ। ये खून नूं सवास ही धक्क रिहा, ऑक्सीजन। ते इसे तरह एक सवास दा हिस्सा साडियां अखां नूं उदों खोल दिंदा जदों असीं सौ के तंदुरुस्त हो जाते हैं, दोबारा एक्टिवेट चार्ज हो जाता है साडी बाडी, साडा शरीर। आपां सौंदे कदों है? जदों थक जाने आ। थके क्यों? क्योंकि जिहड़ी ताकत सी वो काफ़ी लग गई आ, ते हुण शरीर थकेवा बनदा ते सौ जाओ। सौ के जदों ये पूरा थकेवा दूर हो जाता है, दोबारे चार्ज हो जाता है, तो फिर साडियां अखां नूं सवास का एक हिस्सा खोलदा है। उहनूं किड़कला हवा कहंदे आ। सवास का एक हिस्सा आवासी लिआउंदा है। जदों कोई अंदर सवास रुकदा है, कोई होर सिस्टम खराब हुंदा है अंदरों, तो एक हिस्सा साडे अंदरों छिक मारदा है। कहो सतनाम सी। आपां तां नहीं छिक मार सकदे ना, मार के विखाओ। ये सवास ही अंदरों छिक मरवाउंदा है, क्योंकि अंदर कोई सिस्टम बिगड़िया, वो छिक मार के ठीक हुंदा है। कहो सतनाम श्री। आवासी आउंदी, ढकार आउणा। जदों साडा पेट भर जाता है, सिस्टम सही हो जाता है, लेवल बराबर हो जाता है भुख का, तो सानू सुनेहा आउंदा है बस कर, बराबर हो गया काम। कहो सतनाम श्री। पर कई फिर भी खाई जाते हैं। पर वो ढकार कहना है भी जे तेनों 4 हिस्से भुख है ना, तो 3 हिस्से खाली रख, 3 हिस्से भर ला, एक हिस्सा खाली रख, बोलन जोगा तो रहे। असी गले तक भर लैने जो कोई स्वादला भोजन होवे। कहो सतनाम। फिर ढकार की करे उत्थे बई? वो 2-4 बारी आउंदा, मुड़ के दबत हो जाता वो भी। कहो सतनाम श्री। दबिया जाता है। तो कहन तो भाव है, मैं सारी की गिना, एक सवाद साडे अंदर जाके 17 हिस्सियां विच बनदा। इसे सवाद दे विच साडी प्राण चेतना भी आ। ते जिद्दे सवास निकल गया, उदे अख ने भी नहीं खुलना, उदे कंन ने नहीं सुनना, उदे जवान ने नहीं बोलना, उदे खून ने नहीं भजना। खून खड़ गया, हथ पैर नीले पै गए, लगदा ये तां खत्म हो गया, क्योंकि सारी खेड ही सवास दी है। कहो सतनाम श्री। तो वाहिगुरु जी नूं कहने आ, उस सवास नूं कहंदे आ। सतगुरु पावन गुरु भी उसे नूं कहा है। इस करके गुरु किरपा करन, सानू अकल आ जे, आदत पै जे नेड़े देखण दी। नेड़े वेखीए। कह रविदास, हाथ पै नेड़ा, हत्थां तो भी नेड़े आ। हथ तो इन्नी दूर है, 1.5 फुट 2 फुट, पर वो तो तेरियां अखां दे सामने रहिंदा है। कहो सतनाम श्री। इस करके प्रीतम जी कहते, आ सिखा, इन्हां हिरदे इंद्रियां नूं आसे पासियों रोक करके हठ निगरह बेबाणै। तां गुरु प्यारिओ, बेबाणै मतलब संसार दे विचों
ਆਪਣੀ ਸੁਰਤ ਨੂੰ ਮੋੜ ਕੇ ਅੰਦਰ ਲੈ ਜਾਣਾ, ਸੰਸਾਰ ਵੱਲੋਂ ਤੋੜ ਲੈਣਾ। ਦੁਨੀਆ ਨੇ ਕੀ ਕੀਤਾ? ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾ ਬੈਠੇ, ਕਹਿੰਦੇ ਸੰਸਾਰ ਨਾਲੋਂ ਟੁੱਟਣਾ। ਐ ਥੋੜਾ ਟੁੱਟਣਾ ਸੀਗਾ। ਕਹੋ ਸਤਿਨਾਮ, ਜਿਵੇਂ ਉਹ ਟੁੱਟੇ। ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਘਰੋਂ ਨਿਕਲ ਗਿਆ ਜਵਾਕ ਛੱਡ ਕੇ ਰੋਂਦੇ, ਬਈ ਮੈਂ ਰੱਬ ਨੂੰ ਪਾਊਂਗਾ। ਉੱਥੇ ਗਾ ਕਿਸੇ ਹੋਰ ਦੇ ਜਵਾਕ ਮਿਲ ਗਏ। ਕਹੋ ਸਤਿਨਾਮ, ਉੱਥੇ ਫਸ ਗਿਆ। ਆਪਦੇ ਛੱਡ ਗਿਆ ਚੰਗੇ ਭਲੇ ਘਰੇ। ਚਾਲੇ ਤੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ, ਗਾਂਹ ਜਾ ਕੇ ਫਸ ਗਿਆ। ਕਿਉਂਕਿ ਕਿਸੇ ਨੇ ਵੇਖਿਆ ਸੰਤਾ ਕੋਈ ਸਾਧੂ ਹੈ, ਲਓ ਜੀ ਇਹਨਾਂ ਦੇ ਬੈਠਣ ਵਾਸਤੇ ਕੋਈ ਛਾਂ ਕਰ ਦਈਏ। ਝੌਂਪੜੀ ਪਾਤੀ, ਝੌਂਪੜੀ ਡੇਰਾ ਬਣ ਗਿਆ, ਡੇਰਾ ਆਸ਼ਰਮ ਬਣ ਗਿਆ। ਫਿਰ ਉੱਥੇ ਜਨਤਾ ਦਾ ਆਉਣਾ ਜਾਣਾ ਹੋ ਗਿਆ, ਬੀਬੀਆਂ ਦਾ, ਮਨੁੱਖਾਂ ਦਾ ਆਉਣਾ ਜਾਣਾ ਹੋ ਗਿਆ। ਬਾਬਾ ਜੀ ਹੋਣ ਲੱਗੀ। ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ, ਖੀਰਾਂ ਬਦਾਮ, ਪਤਾ ਨਹੀਂ ਕੀ ਕੁਝ ਆਉਣ ਲੱਗਿਆ। ਉਹ ਛਕਣ ਛਕਾਉਣ ਲੱਗਿਆ। ਫਿਰ ਕਿੱਥੇ ਪਚੇ ਉਹ? ਕੋ ਸਤਿਨਾਮ। ਰੱਬ ਨੂੰ ਪਾਉਣ ਨਿਕਲਿਆ ਸੀਗਾ, ਦੁਬਾਰੇ ਫਿਰ ਫਸ ਗਿਆ। ਇਸ ਕਰਕੇ ਉਜਾੜਾਂ 'ਚ ਜਾਣ ਦੀ ਲੋੜ ਨਹੀਂ, ਘਰੇ ਹੀ ਜੰਗਲ ਬਣਾ ਲਓ। ਸੁਰਤ ਨੂੰ ਇਕੱਠੀ ਕਰੋ ਤਾਂ ਸੰਸਾਰ ਨਾਲ ਟੁੱਟ ਗਏ। ਸੁਰਤ ਬਾਹਰ ਕੱਢੋ ਤੇ ਜੁੜ ਗਏ। ਕਹੋ ਸਤਿਨਾਮ। ਕੰਮ ਤਾਂ ਇਹ ਕਰਨਾ ਸੀਗਾ। ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜੀ ਨੇ ਅੰਤਰ ਪਾਇਆ, ਸੋ ਅੰਤਰ ਬਾਹਰ। ਅੱਖਾਂ ਨੀਵੀਆਂ ਕੀਤੀਆਂ, ਅੰਦਰ ਗਿਆ। ਅੱਖਾਂ ਖੋਲੀਆਂ, ਬਾਹਰ ਆ ਗਿਆ। ਹੋਰ ਗੇਟ ਤੋਂ ਬਾਹਰ ਨਿਕਲ ਗਿਆ। ਅੰਤਰ ਬਾਹਰ ਸੁਹੇਲਾ ਜੀਓ। ਜਦ ਨੇਤਰ ਬੰਦ ਕਰਦਾ ਅੰਦਰ ਜਾਂਦਾ ਤਾਂ ਵੀ ਸੁੱਖ। ਜਦ ਬਾਹਰ ਦੇਖਦਾ ਸਾਰੇ ਰੱਬ ਹੀ ਦਿਖਾਈ ਦਿੰਦਾ, ਸਾਰਿਆਂ ਨਾਲ ਪਿਆਰ ਪੈਂਦਾ ਤਾਂ ਬਾਹਰ ਵੀ ਸੁੱਖ। ਹੋ ਸਤਿਨਾਮ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਕਾਹਦੇ ਨਾਲ? ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਕਹੋ ਸਤਿਨਾਮ। ਇੱਕ ਮੰਤਰ ਗੁਰੂ ਨੇ ਦਿੱਤਾ ਸਾਨੂੰ, ਉਹਦੇ ਨਾਲ ਅੰਦਰ ਵੀ ਸੁੱਖ ਹੈ, ਹੁਣ ਬਾਹਰ ਵੀ ਸੁੱਖ ਹੈ। ਜਦ ਬਾਹਰ ਦੇਖਦਾ ਬਾਹਰ ਵੀ ਉਹ ਦਿਸਦਾ, ਅੰਦਰ ਦੇਖਦਾ ਅੰਦਰ ਵੀ ਉਹ ਦਿਸਦਾ। ਮੇਰੇ ਪ੍ਰੀਤਮ ਜੀ ਕਹਿੰਦੇ, ਹਠ ਨਿਗਰਹ ਬੇਬਾਣੈ, ਬੇਬਾਣੈ ਭਾਵ ਉਜਾੜ ਜੰਗਲ। ਭਾਵ ਆਪਣੇ ਅੰਦਰ ਵੜ ਜਾ, ਬਾਹਰ ਕੁਛ ਵੀ ਨਹੀਂ ਹੈ। ਮਨ ਨੂੰ ਕਹਿੰਦੇ ਬਾਹਰ ਕੁਛ ਨਹੀਂ ਗਾ। ਜਿਹੜੇ ਬ੍ਰਹਮ ਗਿਆਨੀ ਉਹ ਕਹਿੰਦੇ ਸੰਸਾਰ ਹੈ ਹੀ ਨਹੀਂ। ਮਨਮੁਖ ਕਹਿੰਦਾ ਹੈਗਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੰਤੋਖ ਰਿਸ਼ੀ ਪੁੱਛਦਾ, ਜੀ ਇਹਦਾ ਕੀ ਮਤਲਬ ਹੈ? ਦੁਨੀਆ ਕਹਿੰਦੀ ਰੱਬ ਹੈ, ਸੰਸਾਰ ਹੈਗਾ। ਦੇਖੋ ਆ ਮੈਕ ਵੀ ਦਿਸਦਾ ਹੈ, ਆ ਚੌਰ ਸਾਹਿਬ ਵੀ ਦਿਸਦਾ ਹੈ, ਤੁਸੀਂ ਵੀ ਬੈਠੇ ਦਿਸਦੇ ਹੋ, ਮੈਂ ਵੀ ਦਿਸਦਾ, ਲੱਗਦਾ ਹੈਗੇ। ਪਰ ਬ੍ਰਹਮ ਗਿਆਨੀ ਕਹਿੰਦੇ ਤੀਹੋ ਕਿ ਉਹ ਸੰਸਾਰ ਹੈ ਹੀ ਨਹੀਂ। ਭਾਵ ਜਿਹੜਾ ਕੱਲ ਹੈ ਨਹੀਂ ਸੀਗਾ, ਕੱਲ ਨੂੰ ਹੋਣਾ ਨਹੀਂ, ਤਾਂ ਮੰਨ ਲਓ ਅੱਜ ਵੀ ਹੈ ਨਹੀਂ ਗਾ। ਇਸ ਕਰਕੇ ਕਿਸੇ ਦੇ ਨਾਲ ਕਿਸੇ ਨੇ ਨਹੀਂ ਜਾਣਾ। ਆਪਣੀ ਸੰਭਾਲ। ਤੈਨੂੰ ਹੋਰ ਨਾਲ ਕੀ, ਤੈਨੂੰ ਠੱਗ ਨਾਲ ਕੀ, ਤੈਨੂੰ ਚੋਰ ਨਾਲ ਕੀ। ਆਪਣੀ ਸੰਭਾਲੀਏ। ਹੈ ਹੀ ਨਹੀਂ, ਮਤਲਬ ਤਾਂ ਹੈ ਹੀ ਨਹੀਂ ਗਾ। ਪਰ ਅਗਿਆਨਤਾ ਕਰਕੇ ਦਿਖਾਈ ਦੇ ਰਿਹਾ ਜਿਵੇਂ ਸੁਪਨਾ। ਸੁੱਤਿਆਂ ਨੂੰ ਸੱਚ ਦਿਖਾਈ ਰਿਹਾ, ਜਾਗਣ ਤੋਂ ਬਾਅਦ ਆਪ ਹੀ ਕਹਿੰਦਾ ਯਾਰ ਹੈ ਹੀ ਨਹੀਂ। ਬ੍ਰਹਮ ਗਿਆਨੀ ਜਾਗ ਪਏ, ਅਸੀਂ ਸੁੱਤੇ ਹੋਏ ਹਾਂ। ਕਹੋ ਸਤਿਨਾਮ। ਬਸ ਇਹੀ ਕਾਰਨ ਹੈ। ਗੁਰੂ ਪਾਤਸ਼ਾਹ ਨੇ ਇਹੀ ਜਵਾਬ ਦਿੱਤਾ ਸੀਗਾ, ਨਾਨਕ ਸੱਚ ਘਰ ਸ਼ਬਦ ਸੰਜਾਪੈ, ਦੁਬਿਧਾ ਮਹਿਲ ਕੇ ਜਾਣੈ। ਸੱਚ ਨਾਲ ਜੁੜੇਗਾ ਤੈਨੂੰ ਗੁਰਬਾਣੀ ਦੀ ਸਮਝ ਵੀ ਆ ਜੂ, ਸ਼ਬਦ ਵੀ ਸਿਆਣ ਲੇਗਾ। ਭਾਵ ਸ਼ਬਦ ਕੀ ਕਹਿੰਦਾ ਹੈ? ਸ਼ਬਦ ਸਿਆਣਨਾ ਮਤਲਬ ਸ਼ਬਦ ਦੀ ਵਿਚਾਰ ਆ ਜਾਣੀ ਕਿ ਗੁਰੂ ਕਹਿਣਾ ਕੀ ਚਾਹੁੰਦਾ। ਜਿਵੇਂ ਲਹਿਣਾ ਜੀ ਨੂੰ ਸਮਝ ਆਈ ਆ। ਦੋ ਜਣੇ ਬਾਹਰ ਗਏ, ਆ ਕੇ ਕਹਿੰਦੇ ਜੀ ਹਜੀ ਅੱਧੀ ਰਾਤ ਆ। ਫਿਰ ਲਹਿਣਾ ਜੀ ਬਾਹਰ ਦੇਖਣ ਗਏ, ਦਿਨ ਚੜ੍ਹਿਆ ਕਿ ਨਹੀਂ। ਉਹ ਕਹਿੰਦੇ ਜੀ ਠੀਕ ਆ। ਹੁਣ ਉਹਨਾਂ ਨੇ ਜਵਾਬ ਅਲੱਗਾ ਕਿਉਂ ਦਿੱਤਾ? ਉਹ ਸੱਚ ਨਾਲ ਜੁੜ ਚੁੱਕੇ ਸੀ। ਉਹਨਾਂ ਨੂੰ ਸਮਝ ਆਉਣ ਲੱਗ ਗਈ ਵੀ ਗੁਰੂ ਕੋਈ ਹੋਰ ਗੱਲ ਕਹਿੰਦਾ, ਦਿਨ ਚੜ੍ਹਨ ਦੀ, ਦਿਨ ਛਿਪਣ ਦੀ ਗੱਲ ਨਹੀਂ ਕਹਿੰਦਾ। ਕਹੋ ਸਤਿਨਾਮ। ਬਾਣੀ ਕੁਛ ਹੋਰ ਕਹਿੰਦੀ ਹੈ। ਹੁਣ ਗੱਲਾਂ ਸਾਰੀਆਂ ਆਪਾਂ ਇਸਤਰੀ ਦਾ ਨਾਮ ਲੈ ਕੇ ਕੀਤੀਆਂ ਇਹ ਦੋ ਸ਼ਬਦਾਂ 'ਚ, ਪਰ ਇਹ ਇਸਤਰੀ ਦੀ ਗੱਲ ਥੋੜ੍ਹਾ ਹੀ ਆ, ਇਹ ਤਾਂ ਆਪਣੀ ਸਾਰਿਆਂ ਦੀ ਗੱਲ ਹੈ। ਕਹੋ ਸਤਿਨਾਮ। ਆ ਕੇ ਲਹਿਣਾ ਜੀ ਕਹਿਣ ਲੱਗੇ, ਜਦੋਂ ਲਹਿਣਾ ਜੀ ਸੀਗੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ, ਜਦੋਂ ਲਹਿਣਾ ਸੇਵਕ ਸੀਗਾ, ਉਹ ਕਹਿੰਦੇ ਹਾਂ ਮਹਾਰਾਜ ਚੜ੍ਹ ਗਿਆ। ਕਿੰਨਾ ਕੁ ਚੜ੍ਹ ਗਿਆ? ਜਿੰਨਾ ਕੁ ਚੜ੍ਹਾਤਾ, ਜਿੰਨਾ ਕੁ ਤੁਸੀਂ ਗਿਆਨ ਕਰਾਤਾ, ਜਿੰਨਾ ਕੁ ਚੜ੍ਹਾਤਾ ਉਹਨਾਂ ਕੁ ਚੜ੍ਹ ਗਿਆ, ਬਾਕੀ ਰਹਿੰਦਾ। ਇਸ ਕਰਕੇ ਗੁਰੂ ਕਿਰਪਾ ਕਰਕੇ ਗਿਆਨ ਦਾ ਸੂਰਜ ਚੜ੍ਹਾਉਂਦਾ, ਅੰਦਰ ਗਿਆਨ ਦਿੰਦਾ ਹੈ। ਉਹ ਇਹ ਨਹੀਂ ਕਹਿ ਰਹੇ ਅੱਧੀ ਰਾਤ ਨੂੰ ਵੀ ਦਿਨ ਚੜ੍ਹ ਗਿਆ। ਕਹੋ ਸਤਿਨਾਮ ਸ੍ਰੀ।
इस करके नानक सच घर, जो सच नाल जुड़ेगा, सच दे घर विच रहेगा, सच बोलेगा, सच्ची गल करेगा, सच घर शब्द संजापै, उन्होंने शब्द की सियाण आ जूगी। दुबदा महल के जाना, जिहड़ा झूठ नाल जुड़िया दुबदा च पिया, उन्होंने कित्थों बाणी की समझ आवेगी। कहो सतनाम शब्द की समझ किवें आवेगी। ते सच्चा घर तुहाडे सामने तुहाडा सवास वाला ही आ। कहो सत इत्थे खड़ के रोजाना इत्थे खड़ना शुरू करो, चाहे 6 मिनट खड़ो, चाहे 3 मिनट खड़ो, हौली हौली तुहानूं आदत पै जाऊगी मन नूं इत्थे खड़न दी। मन साडा अखां चों निकलदा वो भज गया, इन्नी दूर चलिया जांदा दिल्ली दखण घोड़े खरीदण, फिर मुड़ आउंदा। ये इसे भज दौड़ च ही है, दुबदा च ही पिया। इहनूं कहंदे दुबदा, दो विधा, इधर गया कदे इधर गया। ते दुबदा वाला किवें समझ लूगा भी बाणी नूं। बाणी नूं हमेशा ध्यान जोड़ के समझिया जाऊगा, क्योंकि लिखी भी ध्यान जोड़ के गई है। कोठे ते कोई वस्तु रखी आ छत उत्ते, तां जिहड़ी पौड़ी जाके रखी आ उसे पौड़ी चढ़ के देखी जा सकती है। कहो सतनाम सी, थल्ले खड़िया नूं किवें दिसेगी ओह। इस करके बादशाह आखिरी पौधे विच की कहंदे हन, अज जिन्हां नूं समझ आ गई, जिहड़ियां मालक नाल मिल गईयां विछड़ियां होईयां रूहां, वो कहिंदियां तेरा नाम सच्चा जियो, शब्द सच्चा विचारो, तेरा नाम सच्चा है। हुण समझ आ गई ना, दूजा नहीं कहंदा गा, जिन्हों समझ आई उही कहंदा तेरा नाम सच्चा जियो, तेरे बचन भी सच्चे, शब्द दी विचार भी सच्ची। हुण एक पासे गुरु अर्जन देव जी, एक पृथ्वी चंद है, दोने एको प्यो दे पुत्र है, पर पृथ्वी चंद नूं समझ नहीं आ रही, गुरु अर्जन देव जी नूं आ रही आ। पृथ्वी चंद दुबदा च है, माया दे चक्कर च है। गुरु अर्जन देव जी केवल पिता गुरु पति परमेश्वर नाल जुड़े हुए है, उन्हां नूं समझ आ गई गुरु दी गल दी। पृथ्वी चंद नहीं, इक्के प्यो दे दोने पुत्र है। इदां ही अपना हाल है। तो हुण की करिए, जिन्हों समझ आ गई वो कहना महाराज तेरा नाम भी सच्चा है, तेरा बचन भी सच्चा है, तेरे बचनों का ज्ञान भी सच्चा है, तेरा महल सच्चा जियो, तेरा घर सच्चा है, बाकी सब ढेंदे बनते रहंदे आ। कहो सतनाम, बाकी सब झूठे आ। मुकाम तां पर जाणीए जां रहे नेचर लोक, किते पक्के रहने वाले हैंगे हो, फिर मुकाम काहदा होया बई मेरा घर है। तेरे वर्गे कई बुजुर्ग इत्थे दावे कर करके चले गए, फरीदा जित आसन हम बैठे केते बैस गए, उन्हां दे नाल तां ज्ञान ही है। घर कहंदे सी मेरा घर है ते तेरा भी नहीं हैगा। कहो सच्चा घर केवल परमेश्वर दा घर है। तेरा महल सच्चा जियो, तेरा घर सच्चा है। ते काम केड़ा सच्चा है, व्यापार केड़ा सच्चा है, नाम दा ही व्यापार सच्चा है। नाम सच्चा व्यापारो, हाँ वंज करो वंजारियो, वखर लेहो संभाल, ऐसी वस्त बसाही है जैसी निभ है नाल। अगे शाहो, जिन्हें सवासा नहीं पूंजी अपन थोड़ी दिती सी दुनिया वेखण वास्ते, मेला वेखण वास्ते। आ जवाक पहला मंगदे बापू 10 रुपये दई, मैं मेले ते जाना मुक्तसर। कहो सतनाम, मैं मेला वेख के आउणा। ते जिहदे कोले पैसे ना होंदे, वो मेला काहदा उहदे वास्ते। फिर तां एवें ललचाइयां अखां नाल कदे खेडां वेख लियां, कदे चंडोलां वेख लियां, चढ़ सकिया नहीं चंडोलां ते। मठियाई वालियां फड़ियां देख लियां, खा सकिया नहीं गा। पैसे बिना काहदा मेला बई, सवासां बिना काहदा मेला दुनिया दा। थोड़ी थोड़ी पूंजी दित्ती है संसार दा मेला वेखण वास्ते। अगे शाहो सुजान है वो बापू, बड़ा सियाणा है। पुछूगा 10 बई कित्थे किन्ने पैसे खर्चे आ। कहो सतनाम, अगे शाहो सुजान है, लैसी वस्त संभाल की लियाया है, सवासा वटे। बापू पैसे तो गवाच गए, तो फिर बापू सानू खंड पाऊगा, झिड़का ही मारूगा ना, तैनू इस काम नूं भेजिया सीगा, कित्थे गवाते। थोड़े जे बचपन च गवाच गए, अनजानपुणे च, थोड़े जे जवानी विच गवाते महाराज, थोड़े जे बुढ़ापे च गवाते। मैं तो समान ही इकट्ठा करता रहा, समान कित्थे है, समान तो थल्ले ही रह गया, मैं तो कल्ला ही आ गया खाली हथ। कहो सतनाम सी, धन गुरु नानक, धन गुरु नानक।
इस करके सानू पूंजी दिती है, तो पूंजी वट्टी वो चीज़ खरीदो जिहड़ी नाल जा सके। नाम सच्चा व्यापारो, आओ वाह गुरु वाह गुरु वाह गुरु का जाप करिए, परमेश्वर का सिमरन करिए, तां जदों मरीए तो वाहिगुरु कहंदे शरीर छड्डिए तो मालक नूं दसीए कि आ बापू आ खट के लिआया, वारी वारसी खटन गया सी। वारी वारी आउंदा बंदा दुनिया विच खटन वास्ते आउंदा, पर बार बार धोखा करके घाटा पा के मुड़ जांदा। कोई सतनाम सी। प्रीतम जी कहंदे 12 बरसी 12 साल बाद बाबा फरीद 3 वारी गया, 12-12 साल खटन वास्ते। पहले साल गया मुड़ के आया, 12 साल बाद आया घरे। बेबे ने इन्हां दे केस वाहे, उलझे हुए केस बाउण लगिया, पीड़ लगी। हाय बेबे कहते जो दरख्तां दे पत्ते सूत के खांदा सी उदों उन्हें पीड़ नहीं लगती सी। अच्छा ये कर्मां दा फल है। चंगा फिर हुण पत्ते ही नहीं खाने, आपां लक्कड़ दी रोटी पेट नाल बन लाने। कहो सतनाम श्री। फिर अगले 12 साल गया, फिर गुरु प्यारे वो मुड़ के आया। हुण तां मेरे बचन पूरे होण लग पे, इहदा मतलब भगती पूरी हो गई। भगती दे घर बड़े दूर आ, ते चल पिया घर नूं। लै मेरे कहे तो चिड़ियां मर गईयां, फिर जिउंदियां हो गईयां, शायद भगती पूरी हो गई। अगे रब टक्कर गया, इस्त्री बन के खूह ते पानी डोली जांदा है। कहंदा बीबी पानी पिया दे। उहने ख्याल ना कीता, जान बुझ के भरदी है डब्बा, खूह चों डोल दिंदी है, भरदी है बाल्टी डोल दिंदी है। बेटा पानी पिया दे, डोली भी जानी है, भोरा मैनू पिया दे। ए बाबा फरीद दियां चिड़ियां ने कदे मर जाओ कदे जापो, मेरी भैन दे घर नूं अग लगी है, पानी उत्थे जा रहा है, मैं डोलदी नहीं। वो तेरी ए बीबी तैनू किवें पता लग गया फरीद ने चिड़ियां मारियां? कहंदी पति दी सेवा चों। इत्थे परमेश्वर पति है, जिवें इन्हां दा पति मनुख है। कहो सतनाम सी। पति दी सेवा चों ਉਹ ਕਿਵੇਂ? ਕਹਿੰਦੇ ਇੱਕ ਦਿਨ ਅੱਧੀ ਰਾਤ ਨੂੰ ਪਤੀ ਸੁੱਤੇ ਪਏ ਨੇ, ਆਵਾਜ਼ ਦਿੱਤੀ ਪਾਣੀ ਪੀਣਾ ਸੀ। ਮੈਂ ਪਾਣੀ ਭਰ ਕੇ ਲਿਆਈ, ਕੌਲਾ ਮੇਰੀ ਆਉਂਦੀ ਨੂੰ ਫਿਰ ਸੌਂ ਗਿਆ। ਮੈਂ ਸੋਚਿਆ ਜੇ ਮੈਂ ਕੌਲਾ ਧਰ ਕੇ ਪੈ ਗਈ, ਇਹਨੂੰ ਤੇ ਲੱਗੀ ਹੈ ਫਿਰ ਮੰਗੂਗਾ। ਮੈਂ ਖੜੀ ਰਹੀ 2-2.5 ਘੰਟੇ। 2-2.5 ਘੰਟਿਆਂ ਬਾਅਦ ਕਹਿੰਦਾ ਪਾਣੀ ਪੀਣਾ ਸੀ। ਮੈਂ ਕਿਹਾ ਲਓ ਜੀ। ਉਹ ਕਹਿੰਦਾ ਤੂੰ ਐਡੀ ਛੇਤੀ ਕਿਵੇਂ ਆ ਗਈ? ਕਹਿੰਦੀ ਮੈਂ ਤਾਂ 2.5 ਘੰਟਿਆਂ ਦੀ ਖੜੀ ਹਾਂ, ਤੁਸੀਂ ਪਹਿਲਾਂ ਹੀ ਪਾਣੀ ਮੰਗਿਆ ਸੀ। ਬਸ ਉਹ ਖੁਸ਼ ਹੋ ਕੇ ਝਾਕਿਆ ਹੀ ਆ, ਉਸੇ ਨਾਲ ਹੀ ਕਿਰਪਾ ਹੋ ਗਈ। ਕਿਰਪਾ ਕਟਾਖਿਆ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਤਾਂ ਬਾਬਾ ਜੀ ਕਹਿੰਦੇ, ਉਹ ਬੀਬੀ ਕਹਿੰਦੀ, ਅਸਲ 'ਚ ਪਰਮੇਸ਼ਰ ਆਪ ਹੀ ਆਇਆ ਸਮਝਾਉਣ ਵਾਸਤੇ ਬਾਬੇ ਨੂੰ। ਉਹ ਬੀਬੀ ਕਹਿੰਦੀ ਬਾਬਾ ਗੁਰੂ ਦੀ ਸੇਵਾ ਕਰਕੇ ਰੱਬ ਮਿਲਦਾ, ਤੂੰ ਗੁਰੂ ਵਾਲਾ ਬਣ, ਹਜੇ ਨਗੋਰਾ ਹੈ। ਕਹੋ ਸਤਨਾਮ। ਕੋਈ ਦੱਸਣ ਵਾਲਾ ਟੱਕਰਿਆ ਨਹੀਂ ਗਾ ਬਾਬੇ ਫਰੀਦ ਨੂੰ ਵੀ ਗੁਰੂ ਵਾਲਾ ਬਣ। ਉਹ ਮਿਹਨਤ ਬੜੀ ਕੀਤੀ। 12 ਦੂਣਾ 12 ਤੀਏ 36 ਸਾਲ ਉਹਨਾਂ ਦੀ। ਪਹਿਲੇ 24 ਸਾਲ ਜੰਗਲਾਂ 'ਚ, ਅਗਲੇ 12 ਸਾਲ ਇੱਕ ਫਕਰ ਦੀ, ਇੱਕ ਫਕੀਰ ਦੀ ਸੇਵਾ 'ਚ ਰਹੇ। ਕਹੋ ਸਤਨਾਮ। ਜਿੱਥੇ ਉਹਨਾਂ ਨੂੰ ਫਿਰ ਬਖਸ਼ਿਸ਼ ਹੋਈ। ਖੈਰ ਸਮਾਪਤੀ ਕਰੀਏ ਆਪਾਂ। ਨਾਮ ਤੇਰਾ ਮਹਿਲ ਸੱਚਾ ਜੀਓ, ਨਾਮ ਸੱਚਾ ਵਪਾਰੋ। ਨਾਮ ਕਾ ਵਪਾਰ ਮੀਠਾ, ਇਹੋ ਹੀ ਸਹੀ ਲਾ ਹੈ ਸਾਡਾ। ਨਾਮ ਕਾ ਵਪਾਰ ਮੀਠਾ, ਭਗਤ ਲਾਹਾ ਆਂਦਿਨੋ। ਜਿਹੜੀ ਪੂੰਜੀ ਲੈ ਕੇ ਆਏ ਨਾ, ਇਹ ਸਹੀ ਢੰਗ ਤੇ ਲੱਗ ਰਹੀ ਆ, ਨਹੀਂ ਤਾਂ ਖਰਾਬ ਕਰ ਰਹੇ ਹੋ। ਕੋਈ ਸ਼ਰਾਬ ਤੇ ਲਾ ਗਿਆ, ਕੋਈ ਵਿਸ਼ੇ ਵਕਾਰਾਂ ਤੇ ਲਾ ਗਿਆ। ਕੋਈ ਸਤਨਾਮ। ਇਹ ਸਮਝੋ ਉਸੇ ਤਰ੍ਹਾਂ ਜਿਵੇਂ ਤੁਹਾਡਾ 100 ਰੁਪਇਆ ਜੇਬ ਚੋਂ ਡਿੱਗ ਜਾਵੇ, ਐਵੇਂ ਜਾ ਰਿਹਾ ਹੈ। ਕੋਈ ਸਤਨਾਮ ਸ੍ਰੀ। ਹਾਂ नाम का व्यापार मीठा, भगत लाहा आन दिनो। तिस बाज वखर कोई न सूझै। ते जिन्हां नूं ये ज्ञान हो गया, वो कहंदे बस हुण आही कुछ करना, होर कुछ नहीं करना, होर काम चंगा ही नहीं लगदा गा, बस आही कुछ करना है। बैठे रहना ते नाम जपी जाना। कहो सत। बाबे नानक ने देखो ना, बचपन भी जो सच्चा सौदा कीता, उदों बाद ऐसी अवस्था उन्होंने बदली। कदे जंगलों में जाके खेतों 'ਚ बह गए,
ਘਰੇ ਪਏ ਆ ਤੇ ਮੰਜੇ ਤੇ ਲੰਬੇ ਪਏ ਆ ਚਾਦਰ ਲੈ ਕੇ। ਭਾਵ ਇੱਕ ਸਿਮਰਨ ਕਰਦੇ ਸੀਗੇ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਕਦੇ ਰੌੜੀ ਜਾ ਕੇ ਬੈਠ ਗਏ। ਗੁਰਦੁਆਰਾ ਰੌੜੀ ਸਾਹਿਬ ਕਿਹੜਾ ਹੈ? ਜਿੱਥੇ ਸ਼ਮਸ਼ਾਨ ਘਾਟ 'ਚ ਬੈਠੇ ਸੀ ਕੋ ਸਤਨਾਮ ਸਿੰਘ, ਰੋੜਾਂ ਦੇ ਉੱਤੇ ਬੈਠੇ ਹੋ ਗੁਰਦੁਆਰਾ ਰੌੜੀ ਸਾਹਿਬ, ਉੱਥੇ ਸਥਾਨ। ਖੈਰ ਸਮਾਪਤੀ ਕਰੀਏ। ਤੇ ਸਵਾਜ ਬਖਰ ਕੋਏ ਨਾ ਸੂਝੈ, ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਸ਼ਾਇਦ ਰਾਮ ਥੰਮਣ ਤੇ ਚੇਲਿਆਂ ਦਾ ਉਹ ਵਿਰਾਗੀ ਪੁਣਾ ਜਿਹੜਾ ਸੀ ਉਹ ਵੀ ਖਤਮ ਹੋ ਗਿਆ। ਹੁਣ ਕੋ ਰੱਬ ਦਾ ਵਿਰਾਗ ਸੱਚਾ ਲਾ ਦਿੱਤਾ ਉਹਨਾਂ ਨੂੰ, ਹੁਣ ਇਹੀ ਕੰਮ ਕਰਨ ਲੱਗੇ। ਤੇ ਸਵਾਜ ਬਖਰ ਕੋਏ ਨਾ ਸੂਝੈ, ਨਾਮ ਲੈਵੋ ਖਿਨ ਖਿਨੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਿਜ ਸਰੂਪ ਨਾਲ ਜੁੜ ਕੇ ਸਵਾਸਾਂ ਤੇ ਧਿਆਨ ਧਰ ਕੇ ਜਪ ਕੇ ਦੇਖੋ। ਜਪਿਆ ਬਹੁਤ ਹੋਣਾ ਤੁਸੀਂ, ਪਰ ਅੱਖਾਂ ਨੀਵੀਆਂ ਕਰਕੇ ਜਪਿਆ ਕਰੋ। ਬਾਬਾ ਜੀ ਕਹਿੰਦੇ ਪਰਖ ਲੇਖਾ ਨਦਰ ਸਾਚੀ। ਜਦੋਂ ਗੁਰੂ ਨੇ ਪਰਖਿਆ ਲੇਖਾ, ਇਹਦਾ ਹਿਸਾਬ ਕਿਤਾਬ ਵੀ ਹੁਣ ਸੁਧਰ ਗਿਆ ਹੈ। ਜਿਵੇਂ ਗੁਰੂ ਅੰਗਦ ਦੇਵ ਜੀ ਨੂੰ ਪਰਖਿਆ ਕਿੰਨੀ ਵਾਰੀ, ਤੇ ਅਖੀਰ ਤੇ ਕਹਿੰਦੇ ਲੈ ਲੈਣਿਆ ਅੱਜ ਤੋਂ ਤੂੰ ਮੇਰਾ ਹੀ ਰੂਪ ਹੋ ਗਿਆ। ਕਹੋ ਸਤਨਾਮ, ਤੇਰਾ ਨਾਮ ਮੈਂ ਅੰਗਦ ਰੱਖਦਾ ਹਾਂ, ਅੱਜ ਤੋਂ ਤੂੰ ਅੰਗਦ ਹੋ ਗਿਆ। ਮੈਂ ਆਪਣੇ ਅੰਗ ਚੋਂ ਤੈਨੂੰ ਪੈਦਾ ਕੀਤਾ। ਕਹੋ ਸਤਨਾਮ। ਭਾਵ ਉਹ ਗਿਆਨ ਆਪਣੇ ਵਾਲਾ ਉਹਨਾਂ ਵਿੱਚ ਰੱਖ ਦਿੱਤਾ। ਪਰਖ ਲੇਖਾ ਨਦਰ ਸਾਚੀ। ਜਦੋਂ ਪਰਖ ਲਿਆ ਪੂਰਾ ਉਤਰਿਆ, ਕਿਰਪਾ ਦ੍ਰਿਸ਼ਟੀ ਪਾਤੀ, ਕਰਮ ਪੂਰੇ ਪਾਇਆ। ਪੂਰੀ ਬਖਸ਼ਿਸ਼ ਕਰਮ ਦਾ ਮਤਲਬ ਕਿਰਪਾ, ਗੁਰੂ ਨੇ ਕਿਰਪਾ ਕੀਤੀ, ਸਿੱਖ ਨੇ ਕਰਮ ਕੀਤਾ। ਇੱਥੇ ਕਰਮ ਦੇ ਦੋ ਅਰਥ ਹੈ। ਸਿੱਖ ਨੇ ਕਰਮ ਕੀਤਾ ਸੇਵਾ ਭਗਤੀ ਦਾ, ਤਾਂ ਗੁਰੂ ਨੇ ਕਿਰਪਾ ਕੀਤੀ। ਕਰਮ ਪੂਰੇ ਪਾਇਆ, ਨਾਨਕ ਨਾਮ ਮਹਾਰਸ ਮੀਠਾ, ਗੁਰ ਪੂਰੇ ਸੱਚ ਲਾਇ ਪਾਇਆ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਾਮ ਦਾ ਰਸ ਬੜਾ ਮਿੱਠਾ ਹੈ, ਪੂਰੇ ਗੁਰੂ ਦੇ ਕੋਲੋਂ ਮੈਨੂੰ ਪ੍ਰਾਪਤ ਹੋਇਆ। ਨਾਨਕ ਨਾਮ ਮਹਾਰਸ ਮਿੱਠਾ, ਗੁਰ ਪੂਰੇ ਸੱਚ ਪਾਇਆ। ਪੂਰੇ ਗੁਰੂ ਦੇ ਰਾਹੀਂ ਮੈਂ ਪਰਮੇਸ਼ਰ ਦੀ ਵੀ ਪ੍ਰਾਪਤੀ ਕਰ ਲਈ ਹੈ। ਸ਼ਬਦ ਸੰਪੂਰਨ ਹੋਇਆ। ਅੱਗੇ ਇਸੇ ਤਰ੍ਹਾਂ ਦੇ ਕੁਝ ਸ਼ਬਦ ਤੀਜੇ ਪਾਤਸ਼ਾਹ ਦੇ ਆ। ਸਾ ਤਨ ਬਿਨੋ ਕਰੈ ਜਿਉ, ਹਰ ਕੇ ਗੁਣ ਸਾਰੇ, ਖਿਨ ਪਲ ਰਹਿ ਨਾ ਸਕੈ ਜਿਉ ਬਿਨ ਹਰ ਪਿਆਰੇ। ਜਿਹਨੂੰ ਸਮਝ ਆ ਗਈ, ਜੇ ਨਹੀਂ ਸਮਝ ਆਈ ਉਹ ਤਾਂ ਬੇਪਰਵਾਹ ਤੁਰੀ ਫਿਰਦੀ ਹੈ। ਕਦੇ ਉਧਰ ਵਾਗੀ, ਕਦੇ ਉਧਰ ਵਾਗੀ, ਕਦੇ ਉੱਥੇ ਮੱਥਾ ਟੇਕ ਲਿਆ, ਕਦੇ ਉੱਥੇ ਟੇਕ ਲਿਆ। ਪਰ ਜਿਹਨੂੰ ਸਮਝ ਆ ਗਈ ਉਹ ਕਹਿੰਦੀ ਹੁਣ ਤਾਂ ਮਾਲਕਾ ਬਸ ਤੇਰੇ ਨਾਲ ਹੀ ਜੁੜੀ ਰਵਾਂ। ਇਹਦੇ 'ਚ ਆਨੰਦ ਹੈ। ਇਹ ਸ਼ਬਦ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।